ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਹੁਣ ਅਸੀਂ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੋ ਅਸੀਂ ਆਪਣੀ ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਦੇ ਤਹਿਤ ਅੱਜ ਅਸੀਂ ਗੁਰਦੀਪ ਸੇਹਰਾ ਜੀ, ਜੋ ਕਿ ਦਿੱਲੀ ਦੇ ਵਿੱਚ ਪੰਜਾਬੀ ਰੰਗਮੰਚ ਕਰਦੇ ਨੇ ਔਰ ਲੰਮੇ ਸਮੇਂ ਤੋਂ ਇਹਨਾਂ ਦਾ ਬਹੁਤ ਡਿਫਰੈਂਟ ਤਰ੍ਹਾਂ ਦਾ ਵੱਖ-ਵੱਖ ਨਾਟਕਾਂ ਦਾ, ਈਵਨ ਹਿੰਦੀ ਨਾਟਕਾਂ ਵਿੱਚ ਵੀ ਇਹਨਾਂ ਨੇ ਕੰਮ ਕੀਤਾ, ਪੰਜਾਬੀ ਨਾਟਕਾਂ ਵਿੱਚ ਵੀ ਕੰਮ ਕੀਤਾ, ਪੰਜਾਬੀ ਅਕੈਡਮੀ ਲਈ ਕੰਮ ਕੀਤਾ, ਬੱਚਿਆਂ ਦੇ ਨਾਟਕਾਂ ਲਈ ਕੰਮ ਕੀਤਾ। ਸੋ ਇਸ ਤਰ੍ਹਾਂ ਦਾ ਬਹੁਤ ਇਹਨਾਂ ਦਾ ਡਿਫਰੈਂਟ ਐਕਸਪੀਰੀਅੰਸ ਹੈ। ਬਹੁਤ ਸਾਰੇ ਸੀਰੀਅਲ ਔਰ ਫਿਲਮਾਂ ਵਿੱਚ ਵੀ ਕੰਮ ਕੀਤਾ। ਸੋ ਗੁਰਦੀਪ ਜੀ, ਤੁਹਾਨੂੰ ਜੀ ਆਇਆਂ ਨੂੰ। ਤੇ ਅੱਜ ਅਸੀਂ ਤੁਹਾਡੇ ਕੋਲੋਂ ਤੁਹਾਡੇ ਇਸ ਕ੍ਰੀਏਟਿਵ ਐਕਸਪੀਰੀਅੰਸ ਦੇ ਬਾਰੇ ਚ ਤੁਹਾਡੇ ਸਾਰੇ ਪੱਖਾਂ ਬਾਰੇ ਅਸੀਂ ਜਾਣਨਾ ਚਾਹਾਂਗੇ। ਸੋ ਅੱਜ ਅਸੀਂ ਗੱਲਬਾਤ ਦੀ ਸ਼ੁਰੂਆਤ ਜਿਹੜੀ ਹੈ ਤੇ ਆਪਾਂ ਸ਼ੁਰੂਆਤ ਕਰਦੇ ਹਾਂ। ਗੁਰਦੀਪ ਜੀ, ਮੈਂ ਇਹ ਜਾਣਨਾ ਚਾਹਾਂਗਾ ਇਹ ਬਿਲਕੁਲ ਮੁੱਢ ਤੋਂ ਕਿ ਤੁਸੀਂ ਸ਼ੁਰੂਆਤ, ਤੁਹਾਨੂੰ ਬਚਪਨ ਤੋਂ ਕਿੱਦਾਂ ਅਹਿਸਾਸ ਹੋਇਆ ਕਿ ਮੈਂ ਅਦਾਕਾਰੀ ਕਰ ਸਕਦਾ ਜਾਂ ਗਾ ਸਕਦਾ ਵਾਂ? ਇਸ ਫੀਲਡ ਵਿੱਚ ਤੁਹਾਡਾ ਕਿਵੇਂ ਆਗਮਨ ਹੋ ਗਿਆ? ਥੋੜਾ ਜਿਹਾ ਆਪਣੇ ਪਿਛੋਕੜ ਬਾਰੇ, ਫੈਮਿਲੀ ਬੈਕਗ੍ਰਾਉਂਡ ਵੀ ਸਾਡੇ ਨਾਲ ਸਾਂਝੀ ਕਰ ਲੈਣਾ ਕਿ ਤੁਸੀਂ ਬੈਕਗ੍ਰਾਉਂਡ ਤੋਂ ਕੀ ਦਿੱਲੀ ਤੋਂ ਹੀ ਹੋ ਜਾਂ ਇਧਰੋਂ ਪੰਜਾਬ ਤੋਂ ਗਏ ਸੀ? ਜੀ ਕੇਵਲ ਜੀ, ਸਭ ਤੋਂ ਪਹਿਲਾਂ ਮੈਂ ਵੱਡੇ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ, ਕ੍ਰਿਸ਼ਨ ਦਵੇਸਰ ਜੀ ਬੈਠੇ ਨੇ ਨਾਲ, ਮੈਂ ਉਹਨਾਂ ਦਾ ਤਹਿ ਦਿਲੋਂ ਇਸਤਕਬਾਲ ਕਰਦਾ ਹਾਂ। ਉਹਨਾਂ ਨੂੰ ਚਰਨ ਵੰਦਨਾ ਕਰਦਾ ਕਿਉਂਕਿ ਉਹ ਸਾਡੇ ਬਹੁਤ ਸੀਨੀਅਰ ਨੇ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਉਹਨਾਂ ਨਾਲ ਤੇ ਤੁਹਾਡੇ ਨਾਲ ਵੀ ਮਤਲਬ ਮੈਂ ਕੰਮ ਕਰ ਚੁੱਕਾ ਵਾਂ। ਬੇਸ਼ੱਕ ਉਹ ਕੰਮ ਟੈਲੀਵਿਜ਼ਨ ਵਾਸਤੇ ਸੀ, ਜੋ ਸਾਡੇ ਪੰਜਾਬ ਦੇ ਬਾਬਾ ਬੋੜ ਭਾਜੀ, ਗੁਰਸ਼ਰਨ ਭਾਜੀ ਦੇ ਨਿਰਦੇਸ਼ਨਾਂ ਵਿੱਚ ਅਸੀਂ ਕੰਮ ਕੀਤਾ ਸੀਗਾ ਤੇ ਉਹ ਬਹੁਤ ਹੀ ਐਕਸਪੀਰੀਅੰਸ ਸੀ। ਉਸ ਨੂੰ ਯਾਦ ਕਰਦੇ ਮੇਰਾ ਪ੍ਰਣਾਮ ਹੈ ਪੰਡਿਤ ਜੀ ਨੂੰ। ਤੁਹਾਨੂੰ ਸੁਣਨ ਵਾਸਤੇ ਬਾਰੇ ਥੋੜਾ ਗੁਰਦੀਪ, ਤੁਹਾਨੂੰ ਸੁਣਨ ਵਾਸਤੇ ਪਟਿਆਲੇ ਤੋਂ ਡਿਪਾਰਟਮੈਂਟ ਆਫ ਥੀਏਟਰ ਦੇ ਹੈਡ ਡਾਕਟਰ ਜਸਪਾਲ ਕੌਰ ਦਿਓਲ ਵੀ ਬੈਠੇ ਹੋਏ ਨੇ, ਉਹ ਵੀ ਤੁਹਾਨੂੰ ਸੁਣਦੇ ਪਏ। ਡਾਕਟਰ ਜਸਪਾਲ ਕੌਰ ਦਿਓਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਜਸਪਾਲ ਉਹਨਾਂ ਦੀ ਗੱਲ ਵੀ ਬਾਅਦ ਵਿੱਚ ਕਰਾਂਗਾ। ਮੈਂ ਤੁਹਾਨੂੰ ਆਪਣਾ ਪਿਛੋਕੜ ਜਾਣਨਾ ਚਾਹੁੰਦੇ, ਮੈਂ ਉਹਦੇ ਬਾਰੇ ਥੋੜੀ ਜਿਹੀ ਰੋਸ਼ਨੀ ਪਾਉਂਦਾ ਵਾਂ। ਦਰਅਸਲ ਬਚਪਨ ਤੋਂ ਹੀ ਬੜਾ ਸ਼ੌਕ ਸੀ ਗਾਉਣ ਦਾ, ਔਰ ਲੇਕਿਨ ਘਰੇਲੂ ਮਾਹੌਲ ਏਦਾਂ ਦਾ ਨਹੀਂ ਸੀਗਾ। ਉਹ ਜਿਵੇਂ ਕਿ ਅਕਸਰ ਹੁੰਦਾ ਹੀ ਹੈ ਕਿ ਉਹ ਕੀ ਮਰਾਸੀਆਂ ਵਾਲੇ ਕੰਮ ਸ਼ੁਰੂ ਕਰ ਦਿੱਤੇ ਤੇ ਉਹ ਗੱਲਾਂ ਕਰਦੇ ਕਰਦੇ ਚਾਹੇ ਖੈਰ, ਲੇਕਿਨ ਸ਼ੌਕ ਨੂੰ ਕੌਣ ਦਬਾ ਸਕਿਆ। ਮੈਂ ਇੱਕ ਸਿੰਗਰ ਦੇ ਤੌਰ ਤੇ ਕਈ ਕੰਪੀਟੀਸ਼ਨ ਵੀ ਲੜੇ। ਇਹ 85 ਤੋਂ ਪਹਿਲੇ ਦੀ ਗੱਲ ਕਰ ਰਿਹਾ ਮੈਂ, ਜਿਹੜੇ ਕਿ ਮੈਂ ਜਿੱਤੇ ਵੀ। ਔਰ ਉਹਨਾਂ ਦਿਨਾਂ ਦੀ ਹੀ ਗੱਲ ਹੈ, ਸਨ 85 ਤੋਂ ਪਹਿਲੇ ਦੀ ਗੱਲ ਹੈਗੀ ਹੈ। ਸਾਡੇ ਗੁਆਂਢ ਵਿੱਚ ਮੇਰੇ ਜਿਹੜੇ ਮਿੱਤਰ ਹੈਗੇ ਸਨ, ਉਹ ਤੇ ਅਸੀਂ ਇਕੱਠੇ ਕੰਮ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੀ, ਹਾਲਾਂਕਿ ਉਹਨਾਂ ਦੇ ਮਦਰ ਫਾਦਰ ਜਿਹੜੇ ਸਨ ਉਹ ਖੁਦ ਕਵੀ ਔਰ ਕਹਾਣੀਕਾਰ ਵੀ ਹੈਗੇ ਸਨ। ਘਰ ਵਿੱਚ ਉਹਨਾਂ ਦੇ ਇਸ ਤਰ੍ਹਾਂ ਲਿਟਰੇਰੀ ਮਾਹੌਲ ਹੁੰਦਾ ਸੀਗਾ ਤੇ ਮੈਨੂੰ ਜਾਣਾ ਉਧਰ ਬਹੁਤ ਚੰਗਾ ਲੱਗਦਾ ਸੀ। ਤੇ ਉਹਨਾਂ ਦੀ ਇੱਕ ਛੋਟੀ ਭੈਣ ਸੀਗੀ, ਉਹ ਫੋਰਚੂਨੇਟਲੀ ਉਹ NSD ਦੇ ਵਿੱਚ ਜਿਹੜਾ 3 ਸਾਲ ਦਾ ਡਿਪਲੋਮਾ ਜਾਂ ਡਿਗਰੀ ਜਿਹੜਾ ਤੁਸੀਂ ਕਹਿੰਦੇ ਉਹ ਕੋਰਸ ਹੁੰਦਾ, ਉਹ ਕਰਦੀ ਸੀਗੀ ਤੇ ਉਹ ਰਹਿੰਦੀ ਜ਼ਿਆਦਾਤਰ ਉੱਥੇ ਹੀ ਸੀ NSD ਤੇ। ਲੇਕਿਨ ਉਹ ਛੁੱਟੀਆਂ ਬਿਤਾਉਣ ਵਾਸਤੇ ਜਾਂ ਕਦੀ ਕਦਾ ਐਵੇਂ ਘਰ ਵੀ ਆਉਂਦੇ ਸੀਗੇ ਤੇ ਉਹ ਆ ਕੇ ਭਈਆ ਇਹ ਲੋ ਪਾਸ ਲੈ ਲੋ, ਇਹ ਪਾਸ ਲੋ, ਦੇਖੋ ਤੁਸੀਂ ਆ ਕੇ ਨਾਟਕ ਦੇਖੋ ਆ ਕੇ। ਤੇ ਅਸੀਂ ਉਹਨਾਂ ਦਿਨਾਂ ਵਿੱਚ ਨਾਟਕ ਦੇਖਣ ਜਾਂਦੇ ਹੁੰਦੇ ਸੀ। ਇਹ ਸਨ 80-82 ਦੇ ਵਿੱਚ ਦੀ ਗੱਲ ਹੈਗੀ ਹੈ। ਨਾਟਕ ਦੇਖਣ ਜਾਣਾ ਔਰ ਉਸੇ ਉਹਦੇ ਪਾਸਾਂ ਦੇ ਉੱਤੇ ਵੱਡੇ ਵੱਡੇ ਜਿਹੜੇ ਅੱਜ ਦੇ ਦਿੱਗਜ ਹੈਗੇ ਨੇ ਇੰਡਸਟਰੀ ਦੇ ਵਿੱਚ, ਉਹਨਾਂ ਦੇ ਨਾਟਕ ਦੇਖਦੇ ਹੁੰਦੇ ਸੀ। ਈਵਨ ਮੈਂ ਦੇਖਿਆ ਕਿ ਕਈ ਵੱਡੇ ਕਲਾਕਾਰ ਵੀ ਉੱਥੇ ਸ੍ਰੀ ਰਾਮ ਸੈਂਟਰ ਦੀ ਬੇਸਮੈਂਟ ਦੇ ਵਿੱਚ ਵੀ ਨਾਟਕ ਕਰ ਲੈਂਦੇ ਸਨ। ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੀ, ਬੜਾ ਚੰਗਾ ਲੱਗਦਾ ਸੀਗਾ। ਖੈਰ, ਉਹ ਨਾਟਕ ਦੇਖਦੇ ਦੇਖਦੇ ਨਾਟਕਾਂ ਦਾ ਕੀੜਾ ਜਾਗ ਗਿਆ, ਇਧਰ ਵੱਲ ਮਤਲਬ ਮੇਰੀ ਚਾਹ ਜ਼ਿਆਦਾ ਹੋ ਗਈ। ਔਰ ਤੁਸੀਂ ਕੇਵਲ ਜੀ ਇਸ ਗੱਲ ਦਾ ਯਕੀਨ ਮੰਨਣਾ ਕਿ ਮੈਨੂੰ ਜਿਹੜਾ ਇੱਕ ਨਿਰਦੇਸ਼ਕਾਂ ਵਾਲਾ ਕੀੜਾ ਹੁੰਦਾ ਨਾ, ਉਸ ਟਾਈਮ ਉਹ ਕੱਢਣ ਲੱਗ ਪਿਆ। ਉਹ ਮਤਲਬ ਵਿਚਾਰ ਦਿਮਾਗ ਵਿੱਚ ਆਉਣ ਲੱਗ ਪਏ ਕਿ ਯਾਰ ਇਹ ਜਿਹੜਾ ਐਕਟਰ ਹੈਗਾ ਇਹ ਇਸ ਤਰ੍ਹਾਂ ਕਰ ਰਿਹਾ ਹੈ
ਅਗਰ ਇਹ ਇਸ ਤਰ੍ਹਾਂ ਕਰਦਾ ਤੇ ਜ਼ਿਆਦਾ ਬਿਹਤਰ ਸੀ, ਅਗਰ ਇਹ ਚੀਜ਼ ਇੱਥੇ ਨਾ ਪਈ ਹੋ ਕੇ ਉੱਥੇ ਪਈ ਹੁੰਦੀ ਤੇ ਜ਼ਿਆਦਾ ਬਿਹਤਰ ਸੀ। ਯਾਨੀ ਕਿ ਜੋ ਡਾਇਰੈਕਸ਼ਨ ਵਾਲੀਆਂ ਗੱਲਾਂ ਹੁੰਦੀਆਂ, ਮੇਰਾ ਦਿਮਾਗ ਡਿਜ਼ਾਈਨਿੰਗ ਜ਼ਰਾ ਜ਼ਿਆਦਾ ਜਾਂਦਾ ਸੀਗਾ। ਖੈਰ ਸਮਾਂ ਬੀਤਿਆ, ਚਲੋ ਕੁੜੀ ਨੇ ਆਪਣਾ ਕੋਰਸ ਪੂਰਾ ਕੀਤਾ ਔਰ ਆਪਣੇ ਟੀਵੀ ਸੀਰੀਅਲਾਂ ਵਿੱਚ ਵੀ ਆਸਤਾ ਆਸਤਾ ਆਉਣ ਲੱਗ ਪਈ। ਕੀ ਨਾਮ ਹੈ ਉਹਦੇ ਬਾਅਦ ਕੀ ਨਾਮ ਉਹਨਾਂ ਦਾ? ਅਸੀਂ ਬੇਬੀ ਕਹਿੰਦੇ ਸੀਗੇ, ਉਹਦਾ ਨਾਮ ਵਿਭਾ ਸਹੂਤਾ, ਜਿਹੜੀ ਵਿਭਾ ਛਿੱਬਰ। ਹਾਂ, ਸਾਡੇ ਸੀਨੀਅਰ ਸੀ ਉਹ ਤੇ, ਸਾਡੇ ਕਾਫੀ ਗ੍ਰੈਂਡ ਸੀਨੀਅਰ। ਔਰ ਉਹ ਤੇ ਅੱਜ ਕੱਲ ਤਾਂ ਬੰਬੇ ਨੇ ਵਿਭਾ ਹੋ ਰਹੀ ਤੇ। ਬੰਬੇ ਨੇ, ਹਾਂਜੀ ਹਾਂਜੀ। ਓਕੇ, ਉਹ ਤੁਹਾਡੇ ਸਿਸਟਰ ਨੇ? ਉਹ ਮੇਰੇ ਦੋਸਤ, ਮੇਰੇ ਗੁਆ ਵਿੱਚ ਹੀ ਰਹਿੰਦੇ ਸਨ। ਮੇਰੇ ਦੋਸਤ, ਉਹਨਾਂ ਦੀ ਸਿਸਟਰ ਸੀ ਤੇ ਸਾਡੇ ਵਾਸਤੇ ਵੀ ਭੈਣ। ਉਹ ਤੇ ਉਹ ਵਿਭਾ ਜੀ, ਉਹ ਸਾਡਾ, ਉਹਨਾਂ ਦੇ ਫਾਦਰ ਰਾਈਟਰ ਨਹੀਂ ਹੈ ਵਿਭਾ ਹੋਰਾਂ ਦੇ ਫਾਦਰ? ਹਾਂ, ਪ੍ਰੀਤਮ ਸਿੰਘ ਪੰਛੀ। ਉਹਨਾਂ ਦੇ ਘਰ ਦਾ ਪ੍ਰੀਤਮ ਸਿੰਘ ਪੰਛੀ ਜੀ, ਉਹਨਾਂ ਦੇ ਮਦਰ ਸਨ ਸੰਤੋਸ਼ ਪੰਛੀ ਵੀ, ਆ ਪਤਾ ਨਹੀਂ ਕਿਹਨਾਂ ਦਾ ਨਾਮ ਸੀ। ਬਿਲਕੁਲ, ਉਹ ਪ੍ਰੀਤਮ ਸਿੰਘ ਪੰਛੀ ਦਾ ਹੀ ਨਾਮ, ਪ੍ਰੀਤਮ ਸਿੰਘ ਪੰਛੀ ਦਾ ਹੀ ਨਾਵਲ ਸੀ ਕਦੇਸਣ, ਜਿਹਦੇ ਤੋਂ ਨਾਟਕ ਬਣਿਆ ਫਿਰ ਕਦੇਸਣ, ਬਰਾੜ ਸਾਹਿਬ ਵਾਲਾ। ਉਹ ਸੀ ਪ੍ਰੀਤਮ ਸਿੰਘ, ਉਹ ਯਾਨੀ ਵਿਭਾ ਦੇ ਫਾਦਰ। ਕੀ ਬਾਤ ਹੈ ਜੀ। ਤੁਸੀਂ ਕਿਤੇ, ਗੁਰਦੀਪ ਤੁਹਾਡਾ ਕੈਮਰਾ ਆਫ ਹੋ ਗਿਆ? ਆ ਗਏ ਜੀ? ਹਾਂਜੀ, ਠੀਕ ਹੈ ਜੀ। ਹਾਂਜੀ ਗੁਰਦੀਪ, ਆਪਾਂ ਅੱਗੇ ਗੱਲਾਂ ਕਰਦੇ ਹਾਂ ਵੀ ਫਿਰ ਤੁਸੀਂ ਬਚਪਨ ਤੋਂ ਬਾਅਦ ਤੁਹਾਨੂੰ ਲੱਗਣ ਲੱਗੀ ਵੀ ਮੈਂ ਐਕਟਿੰਗ ਕਰਨੀ ਚਾਹੁੰਦਾ। ਤੇ ਉਹ ਫਿਰ ਮੈਨੂੰ ਲੱਗ ਗਿਆ ਕਿ ਮੈਨੂੰ ਐਕਟਿੰਗ ਜਿਹੜਾ ਕਰਨੀ ਚਾਹੀਦੀ ਹੈ, ਐਕਟਿੰਗ ਡਾਇਰੈਕਸ਼ਨ, ਮਤਲਬ ਡਾਇਰੈਕਸ਼ਨ ਮੇਨ ਸੀਗਾ ਮੇਰੇ ਦਿਮਾਗ ਵਿੱਚ, ਲੇਕਿਨ ਉਹਦਾ ਰਾਹ ਤੇ ਉਹੀ ਸੀ, ਅਗਰ ਥੀਏਟਰ ਕਰਨਾ ਤੇ ਤੁਹਾਨੂੰ ਸਿੱਖਣਾ ਹੈਗਾ, ਸਭ ਕੁਝ ਸਿੱਖਣਾ। ਤੇ ਉਹ ਪਹਿਲਾ ਕਦਮ ਜਿਹੜਾ ਹੈਗਾ ਉਹ ਸਟੇਜ ਦੇ ਪ੍ਰੋਪਰਟੀਜ਼ ਔਰ ਸਟੇਜ ਦੇ ਕੰਮ ਨੇ, ਫਿਰ ਦੂਜਾ ਕਦਮ ਜਿਹੜਾ ਐਕਟਿੰਗ ਹੈ, ਤੇ ਫਿਰ ਤੀਜਾ ਕਦਮ, ਕਿਉਂਕਿ ਡਾਇਰੈਕਸ਼ਨ ਸਿੱਖਣ ਵਾਸਤੇ ਉਹ ਕੋਈ ਡਾਇਰੈਕਸ਼ਨ ਕੋਈ ਸਿਖਾਉਂਦਾ ਨਹੀਂ ਹੈ ਡਾਇਰੈਕਟਰ, ਮੈਨੂੰ ਲੱਗਦਾ ਉਹ ਆਬਜ਼ਰਵ ਕਰਕੇ ਸਿੱਖਣਾ ਪੈਂਦਾ। ਤੇ ਆਬਜ਼ਰਵੇਸ਼ਨ ਪਾਵਰ ਮੇਰੇ ਵਿੱਚ ਮੈਂ ਸਮਝਦਾ ਕਿ ਸੀਗੀ। ਤੇ ਮੈਂ ਕਈ ਡਾਇਰੈਕਟਰਸ ਦੇ ਸੈੱਟ ਤੇ ਜਾ ਕੇ ਮੈਂ ਦੇਖਦਾ ਹੁੰਦਾ ਸੀ ਕਿ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਨੇ, ਕਿਸ ਤਰ੍ਹਾਂ ਨਹੀਂ। ਔਰ 1985 ਦੇ ਵਿੱਚ ਮੈਂ ਮੇਰੇ ਇੱਕ ਵੱਡੇ ਭਾਈ ਸਾਹਿਬ ਹੈਗੇ ਨੇ, ਜੋ ਬਾਅਦ ਵਿੱਚ ਪੰਜਾਬੀ ਅਕੈਡਮੀ ਦੇ ਸੈਕਟਰੀ ਵੀ ਬਣੇ, ਸਰਦਾਰ ਪ੍ਰੀਤਮ ਸਿੰਘ ਬੱਤਰਾ ਜੀ। ਉਹ ਉੱਥੇ ਭਾਸ਼ਾ ਵਿਭਾਗ ਵਿੱਚ ਅਫਸਰ ਸਨ ਪੰਜਾਬੀ ਭਾਸ਼ਾ ਦੇ। ਤੇ ਉਹਨਾਂ ਨੇ ਮੈਨੂੰ ਘੱਲਿਆ ਕਿ ਜਾ ਵੀ ਪੰਜਾਬੀ ਅਕੈਡਮੀ ਜਾ, ਤੇ ਉੱਥੇ ਹਰਜੀਤ ਕੌਰ ਜਿਹੜੇ ਉੱਥੇ ਯੂਥ ਵਿੰਗ ਇਹਨਾਂ ਨੇ ਐਕਚੁਅਲੀ ਬਣਾਇਆ ਸੀ ਪੰਜਾਬੀ ਅਕੈਡਮੀ, ਤੇ ਯੂਥ ਵਿੰਗ ਦੇ ਉਹ ਹੈਡ ਸਨ ਹਰਜੀਤ ਕੌਰ ਜੀ। ਤੇ ਹਰਜੀਤ ਕੌਰ ਜੀ ਨੇ ਮੈਨੂੰ ਸੁਣਿਆ ਕਿ ਹਾਂ, ਮੈਂ ਐਕਚੁਅਲੀ ਗਾਇਕ ਦੇ ਤੌਰ ਤੇ ਗਿਆ ਸੀ, ਕਿਉਂਕਿ ਉਸ ਟਾਈਮ ਉਹ ਨਾਟਕ ਵਗੈਰਾ ਤੇ ਜਿਹੜੇ ਉਹ ਸੀਨੀਅਰ ਲੋਕਾਂ ਦੇ ਕਰਦੇ ਸਨ, ਵੱਡੇ ਵੱਡੇ ਲੋਕਾਂ ਦੇ, ਜਿਵੇਂ ਸ਼ੀਲਾ ਜੀ ਔਰ ਕੇਵਲ ਧਾਲੀਵਾਲ, ਨਹੀਂ ਕੇਵਲ ਤੇ ਉਸ ਟਾਈਮ ਨਹੀਂ ਸਨ, ਹੋਰ ਪੰਜਾਬ ਦੇ ਜਿਹੜੇ ਔਲਖ ਸਾਹਿਬ। ਨਹੀਂ, ਉਦੋਂ ਮੈਂ ਹੈਗਾ ਤਾਂ ਐਸੀ, ਪਰ ਬਤੌਰ ਐਕਟਰ, ਹਾਂ, ਬਤੌਰ ਐਕਟਰ ਸੀ ਤੁਸੀਂ। ਮੈਂ ਤੇ ਹਰ ਸਮੇਂ 'ਚ ਹੈਗਾ ਸੀਗਾ। ਨਹੀਂ, ਵਾਹਿਗੁਰੂ ਕਰੇ ਤੁਸੀਂ ਸਾਡੇ ਤੋਂ ਬਾਅਦ ਵੀ ਰਹੇ। ਸੋ ਮੈਂ ਅਕੈਡਮੀ ਵਿੱਚ ਇੱਕ ਸਿੰਗਰ ਦੇ ਤੌਰ ਤੇ ਗਿਆ ਸੀ ਉਹਨਾਂ ਕੋਲ, ਇੱਕ ਗਾਇਕ ਦੇ ਤੌਰ ਤੇ। ਤੇ ਉਹਨਾਂ ਨੇ ਮੈਨੂੰ ਸੁਣਿਆ, ਤੇ ਫਿਰ ਮੈਨੂੰ ਉਹਨਾਂ ਨੇ ਇੱਕ ਗਾਇਕ ਦੇ ਤੌਰ ਤੇ ਰੱਖ ਲਿਆ, ਮਤਲਬ ਮੈਨੂੰ ਹੌਸਲਾ ਦਿੱਤਾ ਕਿ ਤੁਹਾਨੂੰ ਪ੍ਰੋਗਰਾਮ ਅਸੀਂ ਦੇਵਾਂਗੇ। ਮੈਂ ਕਿਹਾ ਜੀ ਠੀਕ ਹੈ। ਫਿਰ ਕੁਝ ਦਿਨ ਬਾਅਦ ਮੈਨੂੰ ਉੱਥੇ ਸੱਦਾ ਆ ਗਿਆ ਅਕੈਡਮੀ ਵੱਲੋਂ ਕਿ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਉਹ ਪਹਿਲਾ ਪ੍ਰੋਗਰਾਮ ਸੀਗਾ ਲਾਈਟ ਮਿਊਜ਼ਿਕ ਦਾ, ਤੇ ਉਹਦੇ ਵਿੱਚ ਜਗਜੀਤ ਸਿੰਘ ਜ਼ਿਰਵੀ, ਪੁਸ਼ਪਾ ਹੰਸ, ਲੈਜੈਂਡਰੀ ਪੁਸ਼ਪਾ ਹੰਸ, ਔਰ ਜਿਹੜਾ ਬਾਅਦ ਵਿੱਚ ਲੈਜੈਂਡਰੀ ਹੁਣ ਬਣ ਰਿਹਾ ਗੁਰਦੀਪ ਸੌਰੀ ਥੋੜੀ ਜਿਹੀ ਨਾਲ ਮੈਂ, ਤੇ ਖੈਰ ਉਹ ਪ੍ਰੋਗਰਾਮ ਕੀਤਾ। ਤੇ ਉਸ ਤੋਂ ਬਾਅਦ ਫਿਰ ਮੈਂ ਗਾਇਕੀ ਦੇ ਪ੍ਰੋਗਰਾਮ ਕਰਨ ਲੱਗ ਪਿਆ। ਔਰ ਤੁਸੀਂ ਯਕੀਨ ਮੰਨਣਾ, ਨਾਲ ਲਾਈਟ ਵੀ ਗਾਉਂਦਾ ਸੀ ਤੇ ਨਾਲ ਫੋਕ ਵੀ, ਤੇ ਹੰਸਰਾਜ ਹੰਸ ਔਰ ਜਸਵੀਰ ਜੱਸੀ, ਅਸ਼ੋਕ ਮਸਤੀ, ਮੈਂ, ਅਸੀਂ, ਭੁਪਿੰਦਰ ਚਾਵਲਾ, ਇਹ ਅਸੀਂ ਇਕੱਠੇ ਸਟੇਜ ਕਈ ਵਾਰੀ ਮਤਲਬ ਸਾਂਝੀ ਵੀ ਕੀਤੀ ਹੈ, ਗਾਇਆ ਉਹਨਾਂ ਨਾਲ। ਲੇਕਿਨ ਕਹਿੰਦੇ ਨਾ, ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀਗਾ। ਉਹ ਜਿਹੜਾ ਅੰਦਰ ਫੁੱਟ ਗਿਆ ਸੀ ਫੁਰਨਾ ਇੱਕ ਡਾਇਰੈਕਟਰ ਵਾਲਾ, ਉਹ ਜਾਗ ਰਿਹਾ ਸੀ।
ਕੀ ਹੋਇਆ ਕਿ ਪੰਜਾਬੀ ਅਕੈਡਮੀ ਯੂਥ ਵਿੰਗ ਨੇ ਨਾਟਕ ਸ਼ੁਰੂ ਕਰ ਦਿੱਤਾ ਔਰ ਪਹਿਲਾ ਨਾਟਕ ਉਹਨਾਂ ਨੇ ਦਲਜੀਤ ਸਚਦੇਵਾ ਜੀ ਹੈਗੇ ਨੇ, ਉਹ ਹੁਣ ਤੇ ਇਗਨੋ ਵਿੱਚ ਇਸ ਟਾਈਮ ਡਿਪਟੀ ਕੁਝ ਲੱਗੇ ਹੋਏ ਨੇ, ਬਹੁਤ ਵੱਡੀ ਪੋਸਟ ਤੇ। ਉਹ ਉਸ ਟਾਈਮ ਦੂਰਦਰਸ਼ਨ ਜਾਂ ਰੇਡੀਓ ਵਿੱਚ ਸਨ, ਤੇ ਉਹਨਾਂ ਨੇ ਉਹ ਨਾਟਕ ਉਸ ਟਾਈਮ ਡਾਇਰੈਕਟ ਕੀਤਾ ਤੇ ਮੈਂ ਉਹਨਾਂ ਕੋਲ ਗਿਆ। ਪਹਿਲੇ ਕਈ ਦਿਨ ਮੈਂ ਜਾ ਕੇ ਦੇਖਦਾ ਰਿਹਾ ਉਹਨਾਂ ਨੂੰ। ਫਿਰ ਮੈਂ ਇੱਕ ਦਿਨ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਮੈਂ ਨਾਟਕ ਕਰਨਾ ਚਾਹੁੰਦਾ। ਕਹਿੰਦੇ ਨੇ ਹਾਂ ਠੀਕ ਹੈ, ਚੱਲ ਤੈਨੂੰ ਇਹ ਰੋਲ ਦਿੰਦੇ ਆ। ਉਹਨਾਂ ਨੇ ਮੈਨੂੰ ਇੱਕ ਰੋਲ ਦਿੱਤਾ ਔਰ ਉਹ ਰੋਲ ਮੇਰੇ ਇੱਕ ਦੋਸਤ ਆਇਆ, ਉਹ ਵੀ ਮੇਰੀ ਤਰ੍ਹਾਂ ਲਾਲਚੀ ਸੀਗਾ ਜਿਵੇਂ ਮੈਂ ਲਾਲਚੀ ਸੀ ਰੋਲ ਦਾ। ਉਹ ਆਇਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਤੂੰ ਕਰ ਲੈ। ਕਹਿੰਦਾ ਤੂੰ ਕੀ ਕਰੇਗਾ? ਮੈਂ ਕਿਹਾ ਤੂੰ ਦੇਖ। ਮੈਂ ਡਾਇਰੈਕਟਰ ਕੋਲ ਗਿਆ, ਮੈਂ ਕਿਹਾ ਭਾਜੀ ਉਹ ਰੋਲ ਤੇ ਮੈਂ ਉਹਨੂੰ ਕਹਿਤਾ ਕਿਉਂਕਿ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਵਧੀਆ ਕਰੇਗਾ। ਤੇ ਕਹਿੰਦੇ ਤੂੰ ਕੀ ਕਰੇਗਾ? ਮੈਂ ਕਿਹਾ ਜੀ ਮੈਂ ਤੁਹਾਨੂੰ ਅਸਿਸਟ ਕਰਾਂਗਾ। ਕਹਿੰਦੇ ਚੱਲ ਠੀਕ ਹੈ। ਮੈਂ ਉਹਨਾਂ ਦਾ ਅਸਿਸਟੈਂਟ ਬਣ ਗਿਆ, ਉਹਨਾਂ ਕੋਲ ਕੰਮ ਸਿੱਖਿਆ। ਮਤਲਬ ਨਾਟਕ ਹੋਇਆ। ਚਲੋ ਉਸ ਤੋਂ ਬਾਅਦ ਫਿਰ ਭਾਜੀ 1986 ਦੇ ਵਿੱਚ ਮੇਰਾ ਖਿਆਲ ਨਵੰਬਰ ਦਾ ਮਹੀਨਾ ਸੀਗਾ, ਇੱਕ ਮੈਂ ਨਾਟਕ ਖੁਦ ਤਿਆਰ ਕਰਨਾ ਸ਼ੁਰੂ ਕੀਤਾ ਔਰ ਆਪਣੇ ਦਮ ਤੇ, ਔਰ ਕਿਸੇ ਸਕੂਲ ਵਿੱਚ ਰਿਹਰਸਲ ਕਰਦਾ ਸੀਗਾ। ਤੇ ਪੰਜਾਬੀ ਅਕੈਡਮੀ ਕੋਲ ਮੈਂ ਮਦਦ ਮੰਗਣ ਗਿਆ ਤੇ ਹਰਜੀਤ ਕੌਰ ਤੇ ਉੱਥੇ ਐਚਬੀ ਸਿੰਘ ਜੀ ਬੈਠੇ ਸਨ। ਉਹ ਕਹਿੰਦੇ ਨੇ ਅੱਛਾ ਤੁਸੀਂ ਆਪਣੀ ਰਿਹਰਸਲ ਦਿਖਾਓ। ਮੈਂ ਕਿਹਾ ਜੀ ਉਹਨਾਂ ਨੇ ਰਿਹਰਸਲ ਦੇਖੀ ਆ ਕੇ। ਕਹਿੰਦੇ ਨੇ ਗੁਰਦੀਪ ਜੀ ਤੁਸੀਂ ਇਹ ਨਾਟਕ ਪੰਜਾਬੀ ਅਕੈਡਮੀ ਵਾਸਤੇ ਖੇਡ ਸਕਦੇ ਹੋ। ਮੈਂ ਕਿਹਾ ਅੰਨਾ ਕੀ ਚਾਵੇ ਦੋ ਅੱਖਾਂ। ਮੈਂ ਕਿਹਾ ਜੀ ਤੁਸੀਂ ਪੰਜਾਬੀ ਅਕੈਡਮੀ। ਉਸ ਟਾਈਮ ਉਹਨਾਂ ਦਿਨਾਂ ਵਿੱਚ ਕੀ ਹੁੰਦਾ ਸੀਗਾ ਕਿ ਇੱਕ ਪ੍ਰੋਡਕਸ਼ਨ ਦਾ ਪੈਸਾ ਡਾਇਰੈਕਟਰ ਜਾਂ ਗਰੁੱਪ ਨੂੰ ਨਹੀਂ ਦਿੱਤਾ ਜਾਂਦਾ ਸੀ, ਡਾਇਰੈਕਟਰ ਨੂੰ ਪੈਸੇ ਅਲੱਗ ਤੇ ਆਰਟਿਸਟਾਂ ਨੂੰ ਅਲੱਗ। ਤੇ ਤੁਸੀਂ ਯਕੀਨ ਮੰਨਣਾ ਕਿ ਮੈਨੂੰ ਵੀ ਡਾਇਰੈਕਸ਼ਨ ਦਾ ਉਸ ਟਾਈਮ 1200 ਰੁਪਇਆ ਮਿਲਿਆ ਤੇ ਮੇਰੇ ਤੇ ਖੁਸ਼ੀ ਦਾ ਠਿਕਾਣਾ ਹੀ ਨਹੀਂ ਸੀ ਕੋਈ। ਕਿੱਥੇ ਮੇਰੀ ਜੇਬ ਵਿੱਚੋਂ ਖਰਚ ਹੋਣੇ ਸਨ, ਕਿੱਥੇ ਮੈਨੂੰ ਮਿਲ ਰਹੇ ਨੇ। ਮੈਂ ਕਿਹਾ ਤੇ ਬੜਾ ਲਾਹੇਵੰਦ ਮਤਲਬ ਕੰਮ ਹੈਗਾ, ਇਹੀ ਕਰਾਂਗਾ। ਉਹ ਨਾਟਕ ਰੱਬੋਂ ਚੰਗਾ ਲੱਗਿਆ ਲੋਕਾਂ ਨੂੰ। ਗੁਰਚਰਨ ਸਿੰਘ ਜਸੂਜਾ ਜੀ ਦਾ ਕੰਧਾਂ ਰੇਤ ਦੀਆਂ, ਉਹ ਪਹਿਲਾ ਨਾਟਕ ਸੀਗਾ। ਤੇ ਉਹਦੇ ਵਿੱਚ ਅਜੇ ਮਨਚੰਦਾ ਜਿਹੜੇ ਕਿ NSD ਬੱਚਿਆਂ ਦੀ ਰੈਪਰਟਰੀ ਦੇ ਨਾਲ ਕੰਮ ਕਰਦੇ ਰਹੇ, ਅੱਜ ਵੀ ਕਰਦੇ ਨੇ। ਤੇ ਅਜੇ ਮਨਚੰਦਾ ਇੱਕ ਬੜਾ ਚੰਗਾ ਉੱਥੇ ਨਾਮ ਹੈਗਾ। ਤੇ ਉਹਨਾਂ ਨੇ ਮੈਂ ਐਜ਼ ਐਨ ਐਕਟਰ ਲਿਆ ਉੱਥੇ। ਫਿਰ ਉਦੋਂ ਬਾਅਦ ਅਜੇ ਮਨਚੰਦਾ ਨਾਲ ਮੈਂ ਲਗਭਗ 5-6 ਨਾਟਕ ਕੀਤੇ ਐਜ਼ ਅਸਿਸਟੈਂਟ। ਮਤਲਬ ਮੈਂ ਉਹਨਾਂ ਦਾ ਅਸਿਸਟੈਂਟ ਬਣ ਕੇ, ਮੈਨੂੰ ਇਸ ਚੀਜ਼ ਦਾ ਕੋਈ ਗੁਮਾਨ ਨਹੀਂ ਸੀ ਕਿ ਮੈਂ ਤਾਂ ਖੁਦ ਡਾਇਰੈਕਟਰ ਹੈਗਾ। ਤੇ ਨਹੀਂ, ਮੈਂ ਉਹਨਾਂ ਦਾ ਅਸਿਸਟੈਂਟ ਬਣ ਕੇ ਕੰਮ ਕੀਤਾ ਔਰ ਮੈਂ ਅਜੇ ਮਨਚੰਦਾ ਕੋਲੋਂ ਕਾਫੀ ਕੁਝ ਸਿੱਖਿਆ। ਉਦੋਂ ਬਾਅਦ ਫਿਰ ਕਮਲ ਵਿਦਰੋਹੀ ਜੀ ਉੱਥੇ ਆਉਂਦੇ ਸਨ, ਉਹਨਾਂ ਦੇ ਨਾਲ ਕੰਮ ਕੀਤਾ, ਉਹਨਾਂ ਕੋਲੋਂ ਸਿੱਖਿਆ। ਹਾਂ, ਔਰ ਉਸ ਤੋਂ ਬਾਅਦ ਫਿਰ ਚਰਨਦਾਸ ਸਿੱਧੂ ਜੀ, ਔਰ ਇਨ ਬਿਟਵੀਨ ਗੁਰਸ਼ਰਨ ਭਾਜੀ ਨਾਲ ਵੀ ਕੰਮ ਕੀਤਾ। ਤੇ ਗੁਰਸ਼ਰਨ ਭਾਜੀ ਨੇ ਫਿਰ ਮੈਨੂੰ ਸੀਰੀਅਲ ਵੀ ਦਿੱਤਾ ਤੇ ਉਹ ਬੜਾ ਇੱਕ ਚੰਗਾ ਮਾਹੌਲ ਸੀ। ਫਿਰ ਸਿੱਧੂ ਸਾਹਿਬ ਨਾਲ ਮੁਲਾਕਾਤ ਹੋਈ, ਉਹਨਾਂ ਦੇ ਨਾਟਕ ਮੈਂ ਦੇਖਦਾ ਸੀ ਤੇ ਮੇਰੀ ਬੜੀ ਇੱਛਾ ਸੀ ਕਿ ਮੈਂ ਉਹਨਾਂ ਨਾਲ ਕੰਮ ਕਰਾਂ, ਕਿਉਂਕਿ ਮੈਂ ਜਿਹੜੇ ਵੀ ਨਾਟਕ ਕੀਤੇ ਸਨ ਉਹ ਇੱਕ ਸਾਡੇ ਮਤਲਬ ਇੱਧਰ ਦੀ ਪੰਜਾਬੀ ਦੇ ਨੂੰ ਲੈ ਕੇ ਸਨ ਨਾਟਕ। ਜਿਹੜੀ ਇੱਧਰ ਦੇ ਪੰਜਾਬ ਦੀ ਸਾਡੀ ਹੈਗੀ ਹੈ ਪੰਜਾਬੀ, ਜਿਹੜੇ ਲਹਿੰਦੇ ਚੜ੍ਹਦੇ ਪੰਜਾਬ ਦੀ ਪੰਜਾਬੀ ਹੈਗੀ ਹੈ, ਜਿਵੇਂ ਕਿ ਕਹਿ ਲੋ ਕਿ ਮਲਵਈ ਔਰ ਦੁਆਬਿਆ ਬੋਲੀ ਔਰ ਮਾਝਾ ਬੋਲੀ, ਇੱਧਰ ਦੀਆਂ ਬੋਲੀਆਂ ਵਿੱਚ ਮੈਂ ਕਦੇ ਨਾਟਕ ਕੀਤੇ ਨਹੀਂ ਸੀਗੇ ਤੇ ਚੰਗੇ ਲੱਗਦੇ ਸਨ। ਮੈਂ ਫਿਰ ਉਹਨਾਂ ਨਾਲ ਜੁੜਿਆ, ਸਿੱਧੂ ਸਾਹਿਬ ਨਾਲ। ਮੈਂ ਉਹਨਾਂ ਨੂੰ ਦਰਖਾਸਤ ਕੀਤੀ ਇੱਕ ਦਿਨ, ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਨਾਟਕ ਕਰਨਾ ਚਾਹੁੰਦਾ। ਉਹ ਕਹਿੰਦਾ ਠੀਕ ਹੈ ਕਾਕਾ। ਉਹ ਅਚਾਨਕ ਇੱਕ ਦਿਨ ਰਾਤ ਨੂੰ ਮੇਰਾ ਦਰਵਾਜ਼ਾ ਖੜਕਿਆ 9 ਵਜੇ ਤੇ ਦੇਖਿਆ ਸਾਹਮਣੇ ਸਿੱਧੂ ਸਾਹਿਬ। ਓਏ ਸੇਰਾ, ਨਾਟਕ ਵਿੱਚ ਕੰਮ ਕਰੇਗਾ? ਮੈਂ ਕਿਹਾ ਹਾਂਜੀ। ਆ ਲੈ ਫੜ, ਸਕ੍ਰਿਪਟ ਫੜਾਤੀ ਉਹਨਾਂ ਨੇ। ਖੈਰ ਅੰਦਰ ਆਏ, ਚਲੋ ਜੀ ਗੱਲਬਾਤ। ਉਦੋਂ ਬਾਅਦ ਮੈਂ ਫਿਰ ਨਾਟਕ ਸ਼ੁਰੂ ਕਰਤਾ। ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਕਿ ਮੈਂ ਇੱਕ ਵਧੀਆ ਇੱਕ ਐਸੀ ਹਸਤੀ ਨਾਲ ਕੰਮ ਕਰ ਰਿਹਾ। ਉਸ ਟਾਈਮ ਅੰਦਾਜ਼ਾ ਨਹੀਂ ਸੀ ਉਹਨਾਂ ਦਾ ਵੀ ਕਿ ਉਹ ਕਿਸ ਸ਼ਖਸੀਅਤ ਦੇ ਇੰਨੇ ਮਾਲਕ ਹੈਗੇ ਨੇ। ਠੀਕ ਹੈ, ਚਲੋ ਮਿਲ ਗਿਆ। ਲੇਕਿਨ ਆਸਤਾ ਆਸਤਾ ਉਹਨਾਂ ਨਾਲ ਕੰਮ ਕਰਦਿਆਂ ਉਹਨਾਂ ਦੀਆਂ ਖੂਬੀਆਂ ਜਾਣੀਆਂ ਔਰ ਚੰਗਾ ਮਤਲਬ ਮਜ਼ਾ ਆਇਆ। ਔਰ ਮੈਂ ਉਹਨਾਂ ਦੇ ਦੇਹਾਂਤ ਤੋਂ ਕੁਝ ਟਾਈਮ ਬਾਅਦ ਤੱਕ ਵੀ ਉਸ ਗਰੁੱਪ ਨਾਲ ਜੁੜਿਆ ਰਿਹਾ। ਤੇ
ਖੈਰ ਉਹ ਚਲੋ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਖਤਮ ਹੋ ਗਈਆਂ, ਲੇਕਿਨ ਉਹਨਾਂ ਦਾ ਨਾਮ ਨਹੀਂ ਖਤਮ ਹੋ ਸਕਦਾ, ਉਹਨਾਂ ਦਾ ਕੰਮ ਨਹੀਂ ਖਤਮ ਹੋ ਸਕਦਾ, ਉਹ ਸਦਾ ਵਾਸਤੇ ਅਮਰ ਹੈਗੇ ਨੇ ਵਾਕਈ। ਸੋ ਇਸ ਤਰ੍ਹਾਂ ਦਾ ਮੇਰਾ ਰਿਹਾ। ਔਰ ਮੈਂ 1986 ਵਿੱਚ ਜਿਹੜਾ ਮੇਰਾ ਪਹਿਲਾ ਨਾਟਕ ਕੀਤਾ ਸੀ, ਔਰ 2003 ਤੱਕ ਮੈਂ ਲਗਭਗ 14 ਨਾਟਕ ਤੇ ਪੰਜਾਬੀ ਦੇ ਸਿਰਫ ਕਰ ਚੁੱਕਾ ਸੀਗਾ। ਉਹਦੇ ਵਿੱਚ ਕਾਫੀ ਕੰਮ ਪੰਜਾਬੀ ਅਕੈਡਮੀ ਵਾਸਤੇ ਵੀ ਸੀਗਾ, ਔਰ ਨਾਲ ਲਗਭਗ 12 ਕੁ ਨਾਟਕ ਜਿਹੜੇ ਉਹ ਹਿੰਦੀ ਦੇ ਕਰ ਚੁੱਕਾ ਸੀਗਾ, ਹਿੰਦੀ ਉਰਦੂ ਦੇ। ਤੇ ਇਸ ਦੌਰਾਨ ਜਿਹੜੇ ਹਿੰਦੀ ਦੇ ਵੀ ਨਾਟਕ ਕੀਤੇ ਜਾਂ ਜਿਹੜੇ ਖਾਸ ਹਸਤੀਆਂ ਨਾਲ ਕੰਮ ਕੀਤਾ, ਉਹਨਾਂ ਵਿੱਚੋਂ ਆਪਣਾ ਗੁਰਸ਼ਰਨ ਭਾਜੀ ਤੇ ਹੈ ਹੀ ਨੇ, ਔਰ ਸਿੱਧੂ ਸਾਹਿਬ ਵੀ ਨੇ, JN ਕੌਸ਼ਲ ਜੀ ਨੇ, ਔਰ JN ਕੌਸ਼ਲ ਜੀ ਨਾਲ ਵੀ ਮੇਰੀ ਚੰਗੀ ਸਾਂਝ ਰਹੀ ਹੈ ਉਸ ਟਾਈਮ, ਕਿਉਂਕਿ ਮੈਂ ਇੱਕ ਪਲੇ ਕੀਤਾ ਸੀ ਭੀਸ਼ਮ ਸਾਨੀ ਜੀ ਦਾ, ਮਾਧਵੀ, ਤੇ ਮਾਧਵੀ ਪਲੇ ਦੌਰਾਨ ਚੂੰਕਿ ਪਰਮਿਸ਼ਨ, ਕਿਉਂਕਿ ਉਸ ਟਾਈਮ ਮੈਂ ਕੀਤਾ ਸੀ ਜਿਸ ਟਾਈਮ ਉਹ ਪੂਰੇ ਵਰਲਡ ਵਿੱਚ ਛਾਏ ਹੋਏ ਸਨ, ਤੇ ਉਹਨਾਂ ਨਾਲ ਮਿਲਣਾ ਵੀ ਬੜਾ ਮੁਸ਼ਕਿਲ ਸੀ, ਲੇਕਿਨ MK ਰੈਨਾ ਜੀ ਨੇ ਮੇਰੀ ਬੜੀ ਮਦਦ ਕੀਤੀ ਉਸ ਮਾਮਲੇ ਵਿੱਚ, ਔਰ ਸਫਦਰ ਹਾਸ਼ਮੀ ਜੀ ਨੇ ਮੇਰੀ ਬੜੀ ਮਦਦ ਕੀਤੀ, ਇੱਕ ਦਿਨੇਸ਼ ਖੰਨਾ ਜੀ ਨੇ ਉਸ ਟਾਈਮ ਮੇਰੀ ਕਾਫੀ ਹੈਲਪ ਕੀਤੀ। तो इन्होंने लोगों का बड़ा साथ रहा मैंने, जो मैं कामयाब रहा। और 3 दिन वास्ते मैं वो नाटक जरा खेडिया सीगा, और बहुत बड़िया बड़िया हस्तियां देखण आईयां, मैंने बहुत खुशी है इस गल की। उस तो बाद ही मेरी JN कौशल जी नाल सांझ बनी, पंचानन पाठक जी नाल सांझ बनी, जिहड़ी मेरी काफी टाइम तक निभदी रही। और JN कौशल जी ने बल्कि एक ग्रुप बना लिया सी, JN कौशल जी और RK ढिंगरा जी ने मिलके, ਜਿਹਦੇ ਵਿੱਚ ਉਹ ਨਾਟਕ ਪ੍ਰੋਡਿਊਸ ਕਰਨਗੇ ਔਰ ਮੈਂ ਗੁਰਦੀਪ ਸੇਰਾ ਡਾਇਰੈਕਟ ਕਰੇਗਾ। ਇਹ ਸਭ ਚੀਜ਼ਾਂ ਤੈਅ ਹੋਈਆਂ ਸਨ। ਅਸੀਂ ਨਾਟਕਾਂ ਦੀ ਰਿਹਰਸਲਾਂ ਵੀ ਸ਼ੁਰੂ ਕੀਤੀਆਂ ਸਨ, ਬਟ ਅਨਫੋਰਚੂਨੇਟਲੀ ਮੇਰੀ ਹੀ ਕੁਝ ਵਜ੍ਹਾ ਦੇ ਨਾਲ ਉਹ ਸਾਰਾ ਕੰਮ ਜਿਹੜਾ ਨਹੀਂ ਸਿਰੇ ਚੜ ਸਕਿਆ। ਖੈਰ, ਤੇ ਇਸ ਤਰ੍ਹਾਂ ਮੇਰਾ ਨਾਟਕਾਂ ਦਾ ਸਫ਼ਰ ਰਿਹਾ। ਔਰ ਇਸ ਦੌਰਾਨ ਇੱਕ ਛੋਟੀ ਜਿਹੀ ਗੱਲ ਹੋਰ ਦੱਸਦਾ ਕਿ ਇਸ ਦੌਰਾਨ ਹੀ ਮੈਂ ਮਾਤਾ ਸੁੰਦਰੀ ਕਾਲਜ ਦਿੱਲੀ ਦਾ ਹੈਗਾ, ਉਸ ਕਾਲਜ ਦੇ ਵਿੱਚ ਮੈਂ 1994 ਤੋਂ ਲੈ ਕੇ 2002 ਤੱਕ ਹਰ ਸਾਲ 2 ਪ੍ਰੋਡਕਸ਼ਨਾਂ ਮੈਂ ਕਰਦਾ ਹੁੰਦਾ ਸੀ। ਔਰ ਉੱਥੇ ਇੱਕ ਡਾਇਰੈਕਟਰ ਮੈਂ ਹੀ ਆਇਆ ਵਾ। ਇੱਕ ਅੱਧੀ ਵਾਰੀ ਸ਼ਾਇਦ ਉਹਨਾਂ ਨੇ ਕਿਸੇ ਹੋਰ ਡਾਇਰੈਕਟਰ ਨੂੰ ਸੱਦਿਆ ਹੋਏਗਾ, ਸ਼ਾਇਦ ਮੇਰੀ ਜਿਹੜੀ ਕਿ ਮੌਜੂਦਗੀ ਉੱਥੇ ਨਹੀਂ ਹੋ ਸਕਦੀ ਸੀਗੀ ਜਾਂ ਮੈਂ ਅਵੇਲੇਬਲ ਨਹੀਂ ਸੀ ਇਸ ਕਾਰਨ, ਅਦਰਵਾਈਜ਼ ਮੈਂ ਉੱਥੇ ਰਿਹਾ ਤੇ ਉਹਨਾਂ ਬੱਚਿਆਂ ਨੂੰ ਉੱਥੇ ਵੀ, ਔਰ 1-2 ਕਾਲਜਾਂ ਵਿੱਚ ਹੋਰ ਵੀ ਗਿਆ। ਫਿਰ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਵੀ ਮੈਂ ਕਰਦਾ ਰਿਹਾ ਵਾਂ। ਉੱਥੋਂ ਆਫਰਸ ਵੀ ਆਉਂਦੀਆਂ ਸਨ ਕਿ ਤੁਸੀਂ ਸਾਡੇ ਸਕੂਲ ਵਿੱਚ ਹੀ ਕੰਮ ਕਰ ਲਓ। ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਤੁਸੀਂ ਕੀ ਦੇ ਦੋਗੇ, 20,000 ਰੁਪਏ ਮਹੀਨਾ ਦੇ ਦੋਗੇ। ਲੇਕਿਨ ਮਤਲਬ ਮੈਨੂੰ ਲੱਗਦਾ ਸੀ ਕਿ ਮੈਂ ਸ਼ਾਇਦ ਬਾਹਰ ਲੱਖਾਂ ਕਮਾ ਲਾਂਗਾ, ਹਾਲਾਂਕਿ ਸ਼ਾਇਦ ਥੀਏਟਰ ਵਿੱਚ 20,000 ਮਹੀਨਾ ਜਾਂ 20,000 2 ਮਹੀਨਿਆਂ ਦੇ ਵੀ ਕਮਾਣੇ ਬੜੀ ਔਖੀ ਗੱਲ ਸੀਗੀ। ਬਟ ਲੇਕਿਨ ਜਿਹੜਾ ਇੱਕ ਆਜ਼ਾਦੀ ਦਾ ਅਹਿਸਾਸ ਸੀਗਾ ਨਾ, ਉਹ ਬਾਹਰ ਹੀ ਹੁੰਦਾ। ਮੈਨੂੰ ਲੱਗਦਾ ਸੀ ਕਿ ਇੱਥੇ ਮੈਂ ਜਿਹੜਾ ਇੱਕ ਰੋਬੋਟ ਬਣ ਜਾਵਾਂਗਾ, ਜੋ ਹੈ ਕਿਉਂਕਿ ਇਹਨਾਂ ਨੇ 6 ਮਹੀਨੇ ਦੇ ਵਿੱਚ ਇੱਕ ਨਾਟਕ ਕਰਨਾ, ਤਾਂ ਇੱਕ ਨਾਟਕ ਨੂੰ ਮੈਂ ਰੋਜ਼-ਰੋਜ਼ ਨਹੀਂ ਕਰ ਸਕਦਾ। ਆਦਤ ਸੀ ਮੇਰੀ ਕਿ ਇੱਕ ਨਾਟਕ ਖਤਮ ਹੋਇਆ, 1 ਮਹੀਨੇ ਦੀ ਰਿਹਰਸਲ ਕੀਤੀ, 5-6 ਦਿਨ ਦੂਸਰਾ ਨਾਟਕ ਪੜਿਆ, ਜਾਂ ਉਸੇ ਦੌਰਾਨ ਪਹਿਲੇ ਵੀ ਪੜ ਲੈਂਦਾ ਸੀ, 5-6 ਦਿਨ ਰੈਸਟ ਕੀਤਾ, ਉਸ ਤੋਂ ਬਾਅਦ ਦੂਸਰਾ ਨਾਟਕ ਸ਼ੁਰੂ ਕਰਤਾ। ਮੇਰਾ ਤੇ ਇਹੀ ਚੱਕਰ ਸੀਗਾ, ਮੇਰਾ ਇਹੀ ਤਰੀਕਾ ਸੀਗਾ। ਮੈਂ ਰੈਸਟ ਕਰਦਾ ਹੀ ਨਹੀਂ ਸੀ, ਔਰ ਮੈਂ ਕਦੀ ਵੀ ਧਿਆਨ ਨਹੀਂ ਦਿੱਤਾ ਕਿ ਮੇਰੇ ਨਾਟਕ ਵਿੱਚ ਕੋਈ ਪ੍ਰੈਸ ਆ ਰਿਹਾ ਕਿ ਨਹੀਂ ਆ ਰਿਹਾ, ਕੋਈ ਲਿਖ ਰਿਹਾ ਕਿ ਨਹੀਂ ਲਿਖ ਰਿਹਾ। ਮੈਂ ਕਿਸੇ ਨੂੰ ਕਿਸੇ NSD ਵਾਲਿਆਂ ਦੀ ਜਿਹੜੀ ਇੱਕ ਟੀਮ ਬਣੀ ਹੋਈ ਸੀਗੀ ਕਿ ਜਿਹੜੇ ਨਾਟਕ ਦੇਖਦੇ ਹੁੰਦੇ ਸਨ ਕਿ ਇਸ ਸਾਲ ਦਾ ਬਿਹਤਰ ਨਾਟਕ ਕਿਹੜੇ ਹੈਗੇ ਨੇ, ਕਦੀ ਉਹਨਾਂ ਨੂੰ ਬੁਲਾ ਲਾ। ਮੈਂ ਕਦੀ ਵੀ ਆਪਣੇ ਕੰਮ ਵਿੱਚ ਹੀ ਮਸਤ ਰਿਹਾ, ਔਰ ਅੱਜ ਵੀ ਮੈਂ ਆਪਣੇ ਕੰਮ ਵਿੱਚ ਮਸਤ ਹੈਗਾ ਵਾਂ। ਚੁੱਪ ਚਪੀਤੇ ਗੁਰਦੀਪ ਸੇਰਾ ਕੰਮ ਕਰਦਾ ਰਿਹਾ, ਔਰ ਐਵੇਂ ਹੀ ਕਰਦਾ ਰਹੇਗਾ। ਮੈਂ ਕਦੀ ਵੀ ਇਸ ਤਰ੍ਹਾਂ। ਤੁਸੀਂ ਫਿਰ ਉਸ ਤੋਂ ਬਾਅਦ ਵੀ ਅੱਗੇ ਕੰਟੀਨਿਊਸਲੀ ਫਿਰ ਆਪਣੀ ਡਾਇਰੈਕਸ਼ਨ ਹੇਠ ਕਿਹੜੇ ਪ੍ਰੋਮੀਨੈਂਟ ਤੁਸੀਂ ਜਿਹੜੇ ਪਲੇਜ਼ ਨੇ ਕਿਹੜੇ ਕੀਤੇ ਆ? ਹਾਂ, ਮੈਂ ਜਿਹੜਾ ਕਿਉਂਕਿ ਪਿੱਛੇ ਸਾਡੇ ਕੋਲ ਟਾਈਮ ਘੱਟ ਹੈ, ਫਿਰ ਅਸੀਂ ਹੋਰ ਗੱਲਾਂ ਵੀ ਕਰਨੀਆਂ। ਸੋ ਜੀ ਮੇਰੇ ਜਿਹੜੇ ਖਾਸ ਨਾਟਕ ਸਨ
ਉਹ ਹਾਲਾਂਕਿ ਹਰ ਨਾਟਕ ਮੈਂ ਆਪਣਾ ਖਾਸ ਹੀ ਮੰਨਦਾ ਵਾਂ, ਲੇਕਿਨ ਅੱਜ ਸੋਚਦਾ ਵਾਂ ਕਿ ਨਹੀਂ, ਜਿਹੜੇ ਬਹੁਤ ਜ਼ਿਆਦਾ ਵੀ ਸਰਾਹੇ ਗਏ, ਮੈਂ ਸੋਚਦਾ ਕਿ ਉਹ ਨਹੀਂ ਯਾਰ, ਮੈਂ ਉਹਨਾਂ ਇਸ ਤੇ ਬਹੁਤ ਕੁਝ ਕਰ ਸਕਦਾ ਸੀਗਾ। ਉਹ ਲੱਗਦਾ ਹੀ ਹੈ, ਸਭ ਨੂੰ ਲੱਗਦਾ ਹੈਗਾ। ਫਿਰ ਵੀ ਜਿਹੜੇ ਖਾਸ ਨਾਟਕ ਸਨ, ਉਹ ਪਹਿਲਾ ਨਾਟਕ ਤੇ ਮੈਂ ਕਵਾਂਗਾ ਖਾਸ ਸੀਗਾ, ਕਿਉਂਕਿ ਉਹਨੇ ਮੈਨੂੰ ਉਚਾਈਆਂ ਦਿੱਤੀਆਂ। ਤੇ ਦੂਜਾ ਨਾਟਕ ਜਿਹੜਾ ਮੈਂ ਕੀਤਾ ਸੀ ਹਿੰਦੀ ਦਾ, ਮਾਧਵੀ, ਭੀਸ਼ਮ ਸਾਨੀ ਜੀ ਦਾ, ਹਿੰਦੀ ਵਿੱਚ ਕੀਤਾ ਸੀ। ਉਹ ਨਾਟਕ ਬਹੁਤ ਹੀ ਖਾਸ ਸੀਗਾ ਮੇਰੇ ਲਈ, ਕਿਉਂਕਿ ਉਸ ਨਾਟਕ ਦੇ ਜ਼ਰੀਏ ਮੈਂ ਇੱਕ ਉੱਚੀਆਂ ਹਸਤੀਆਂ ਦੇ ਨਾਲ ਮੈਂ ਬੈਠਣ ਦੇ ਕਾਬਲ ਹੋਇਆ, ਜਾਂ ਉਹਨਾਂ ਵਿੱਚ ਬੈਠਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਉਸ ਤੋਂ ਬਾਅਦ ਬਲਰਾਜ ਸਾਨੀ ਸਾਹਿਬ ਦਾ ਕੀਤਾ ਸੀ ਕੀ ਹੈ ਸੱਚ ਹੈ ਬਾਪੂ, ਜਿਹਦੇ ਵਿੱਚ ਮੇਰੇ ਨਾਲ ਕੇਵਲ ਧਾਲੀਵਾਲ ਵਰਗੀ ਹਸਤੀ ਨੇ ਵੀ ਕੰਮ ਕੀਤਾ ਸੀਗਾ। ਮੈਨੂੰ ਉਸ ਚੀਜ਼ ਦਾ ਵੀ ਬੜੀ ਖੁਸ਼ੀ ਹੈਗੀ ਹੈ। ਹਾਂ, ਉਦੋਂ ਮੇਰੇ ਖਿਆਲ ਮੈਂ ਐਨਐਸਡੀ ਕਰ ਰਿਹਾ ਸੀਗਾ। ਤੁਸੀਂ ਐਨਐਸਡੀ ਕਰ ਰਹੇ ਸੀਗੇ ਉਹਨਾਂ ਦਿਨਾਂ ਦੇ ਵਿੱਚ? ਹਾਂ, ਕੰਮ ਕੀਤਾ ਸੀ ਉਦੋਂ। ਹਾਂਜੀ। ਤੇ ਇੱਕ ਨਾਟਕ ਹੋਰ ਸੀਗਾ, ਮੈਂ ਸਮਝਦਾ ਕਿ ਲੁਕ ਛਿਪ ਜਾਣਾ ਜਿਹੜਾ ਨਾਟਕ ਸੀਗਾ, ਉਹ ਹਾਲਾਂਕਿ ਮੈਂ ਦੁਬਾਰਾ ਕੀਤਾ ਸੀਗਾ 2018 ਵਿੱਚ ਕੀਤਾ ਸੀ, ਔਰ ਰਵੀ ਤਨੇਜਾ ਨਾਲ ਕੀਤਾ ਸੀਗਾ। ਲੇਕਿਨ ਮੈਂ ਸਮਝਦਾ ਕਿ ਜਿਹੜਾ ਨਾਟਕ 1992 ਵਿੱਚ ਕੀਤਾ ਸੀਗਾ ਆਪਣਾ ਮਿੰਨੀ ਦੇ ਨਾਲ, ਮਿੰਨੀ ਇੱਥੇ ਬੈਠੀ ਹੋਈ ਹੈ, ਮਿੰਨੀ ਦੇ ਨਾਲ ਕੀਤਾ ਸੀ, ਉਹ ਬਹੁਤ ਹੀ ਵਧੀਆ ਇੱਕ ਨਾਟਕ ਸੀਗਾ। ਕਿਉਂਕਿ ਉਸ ਨਾਟਕ ਵਿੱਚ ਖੈਰ ਇੱਕ ਉਹ ਨਾਟਕ ਕਹਿ ਸਕਦੇ ਆ। ਉਦੋਂ ਬਾਅਦ ਇੱਕ ਨਾਟਕ ਕੀਤਾ ਮੈਂ ਘਰਲੀ, ਜਿਹਨੂੰ ਅਵਾਰਡ ਵੀ ਮਿਲੇ। ਘਰਲੀ ਨਾਟਕ ਵਰਿਆਮ ਮਸਤ ਹੋਰਾਂ ਦਾ ਲਿਖਿਆ ਹੋਇਆ ਨਾਟਕ ਹੈ, ਜਿਹਦੇ ਵਿੱਚ ਪਹਿਲੀ ਵਾਰ ਇੱਕ ਮੈਨੂੰ ਇਸ ਚੀਜ਼ ਦੀ ਮਤਲਬ ਇੱਕ ਅੰਦਰ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਕਿ ਪਹਿਲੀ ਵਾਰ ਨੈਸ਼ਨਲ ਸਕੂਲ ਆਫ ਡਰਾਮਾ ਦੀ ਜਿਹੜੀ ਐਲੂਮਨੀ ਹੈਗੀ ਹੈ, ਬਬਲੀ, ਹਰਵਿੰਦਰ ਕੌਰ ਬਬਲੀ, ਮੈਂ ਉਹਨਾਂ ਨੂੰ ਮਤਲਬ ਇਲਤਜਾ ਕੀਤੀ ਕਿ ਤੁਸੀਂ ਇਸ ਵਿੱਚ ਕੰਮ ਕਰੋ, ਔਰ ਪੰਜਾਬੀ, ਕਿਉਂਕਿ ਉਸ ਤੋਂ ਪਹਿਲੇ ਉਹ ਹਿੰਦੀ ਉਰਦੂ ਜਿਹੜੇ ਐਨਐਸਡੀ ਦੇ ਨਾਟਕ ਸਨ ਉਹਨਾਂ ਵਿੱਚ ਹੀ ਕਰਦੇ ਹੁੰਦੇ ਸਨ। ਤੇ ਉਸੇ ਵਿੱਚ ਐਨਐਸਡੀ ਦੇ ਹੀ ਰਾਜੇਸ਼ ਤਿਵਾਰੀ, ਕਿਉਂਕਿ ਮੇਰੇ ਪੁਰਾਣੇ ਮਿੱਤਰ ਸਨ, ਤੇ ਰਾਜੇਸ਼ ਤਿਵਾਰੀ ਤੇ ਹਰਵਿੰਦਰ ਕੌਰ ਬਬਲੀ, ਇਹਨਾਂ ਦੋਨਾਂ ਨੇ ਕੰਮ ਕੀਤਾ। ਹਰਵਿੰਦਰ ਕੌਰ ਬਬਲੀ ਜਿਹੜੀ, ਉਹ ਪਹਿਲੀ ਵਾਰੀ ਪੰਜਾਬੀ ਕੰਮ ਕਰ ਰਹੀ ਸੀ, ਔਰ ਉਹਨਾਂ ਨੇ ਬੈਸਟ ਐਕਟਰਸ ਦਾ ਅਵਾਰਡ ਵੀ ਲਿਆ ਉਹਦੇ ਵਿੱਚ। ਬਹੁਤ ਵਧੀਆ ਮਤਲਬ ਉਹ ਨਾਟਕ ਮੇਰੇ ਵੱਲੋਂ ਤੇ ਬਹੁਤ ਵਧੀਆ ਨਾਟਕ ਹੋਇਆ ਸੀਗਾ, ਮੇਰੇ ਵਾਸਤੇ ਇੱਕ ਯਾਦਗਾਰੀ ਨਾਟਕ ਸੀਗਾ ਉਹ ਨਾਟਕ ਸੀ। ਫਿਰ ਇੱਕ ਚਰਨਦਾਸ ਸਿੱਧੂ ਜੀ ਦਾ ਨਾਟਕ ਮੈਂ ਕੀਤਾ ਸੀਗਾ, ਡਾਇਰੈਕਟ ਕੀਤਾ ਸੀਗਾ, ਪੰਜ ਖੂਹ ਵਾਲੇ। ਪੰਜ ਖੂਹ ਵਾਲੇ ਜਦੋਂ ਨਾਟਕ ਹੋ ਗਿਆ, ਜਦੋਂ ਇੰਟਰੋਡਕਸ਼ਨ ਹੋ ਰਹੀ ਸੀ ਸਟੇਜ ਦੇ ਉੱਤੇ, ਤਾਂ ਸਿੱਧੂ ਸਾਹਿਬ ਦਰਸ਼ਕਾਂ ਵਿੱਚ ਬੈਠੇ ਹੋਏ ਸੀ ਤੇ ਉਹ ਉੱਠ ਕੇ ਆ ਗਏ। ਜੈਨ ਕੌਸ਼ਲ ਜੀ ਵੀ ਬੈਠੇ ਦੇਖ ਰਹੇ ਸਨ, ਤੇ ਸਿੱਧੂ ਸਾਹਿਬ ਦੇ ਉਹ ਬਚਨ ਅੱਜ ਵੀ ਮੇਰੇ ਕੋਲ ਰਿਕਾਰਡਡ ਹੈਗੇ ਨੇ ਵੀਡੀਓ ਵਿੱਚ। ਸਿੱਧੂ ਸਾਹਿਬ ਕਹਿੰਦੇ ਨੇ, ਬਈ ਦੇਖੋ ਇਹ ਪੰਜ ਖੂਹ ਵਾਲੇ ਜਿਹੜਾ ਨਾਟਕ ਹੈਗਾ, ਕਿਉਂਕਿ ਉਹਦੇ ਇਸ ਨਾਟਕ ਵਿੱਚ ਨਾ ਮੈਂ ਕਾਫੀ ਕੁਝ ਕ੍ਰੀਏਟ ਕੀਤੀ ਸੀ, ਨਵੀਆਂ ਚੀਜ਼ਾਂ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਕੁਝ ਨਵੀਆਂ ਚੀਜ਼ਾਂ ਕ੍ਰੀਏਟ ਕੀਤੀਆਂ ਸੀ, ਜਿਹੜੇ ਕਿ ਉਹ ਕੈਰੈਕਟਰ ਉਸਦੇ ਹੈ ਨਹੀਂ ਸਨ, ਲੇਕਿਨ ਮੈਂ ਬਣਾਏ। ਤੇ ਸਿੱਧੂ ਸਾਹਿਬ ਕਹਿਣ ਲੱਗੇ ਕਿ ਬਈ ਇਹ ਨਾਟਕ ਪੰਜਾਬ ਵਿੱਚ ਕਈ ਵਾਰੀ ਹੋ ਚੁੱਕਾ ਹੈ, ਜਿਹਦੀਆਂ ਰਿਪੋਰਟਾਂ ਮੇਰੇ ਕੋਲ ਹੈਗੀਆਂ। ਮੈਂ 3 ਵਾਰੀ ਖੇਡ ਚੁੱਕਾ ਵਾ ਇਹ ਨਾਟਕ। ਇੱਕ ਵਾਰੀ ਐਨਐਸਡੀ ਵਿੱਚ ਜੈਨ ਕੌਸ਼ਲ ਜੀ ਖੇਡ ਚੁੱਕੇ ਨੇ, ਪਰ ਮੈਂ ਕਹਿਣਾ ਵਾ, ਔਰ ਹੁਣੇ ਜੈਨ ਕੌਸ਼ਲ ਜੀ ਵੀ ਮੈਨੂੰ ਇਹ ਕਹਿ ਕੇ ਗਏ ਨੇ ਕਿ ਗੁਰਦੀਪ ਸੇਰਾ ਦਾ ਇਹ ਨਾਟਕ ਅੱਜ ਤੱਕ ਦੀ ਸਭ ਤੋਂ ਬਿਹਤਰ ਪ੍ਰੋਡਕਸ਼ਨ ਹੈਗੀ ਹੈ। ਤੇ ਉਹ ਵਰਡਸ ਮੇਰੇ ਵਾਸਤੇ ਜਿਹੜੇ ਨਾ, ਉਹ ਬੜੇ ਸੁਨਹਿਰੀ ਬੋਲ ਨੇ, ਜਿਹੜੇ ਮੈਂ ਸਾਂਭ ਕੇ ਰੱਖੇ ਹੋਏ ਨੇ, ਕਿਉਂਕਿ ਉਹ ਇੱਕ ਐਸੇ ਸ਼ਖਸ ਦੇ ਕਹੇ ਹੋਏ ਬੋਲ ਨੇ। ਇੱਕ ਤੇ ਸਿੱਧੂ ਸਾਹਿਬ, ਦੂਸਰਾ ਜੈਨ ਕੌਸ਼ਲ ਜੀ ਦੀ ਵੀ ਉਹਦੇ ਵਿੱਚ ਸ਼ਾਮਲ ਹੈਗੀ ਹੈ, ਤੇ ਮੇਰੇ ਵਾਸਤੇ ਉਹ ਨਾਟਕ। ਅੱਛਾ ਗੁਰਦੀਪ, ਆਪਾਂ ਇੱਕ ਦੋ ਹੋਰ ਚੀਜ਼ਾਂ ਮੈਂ ਤੁਹਾਡੇ ਨਾਲ ਸੁਣਨੀਆਂ ਚਾਹੁੰਦਾ ਕਿ ਤੁਸੀਂ ਬਹੁਤ ਸ਼ੁਰੂ ਤੋਂ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਰੰਗਮੰਚ ਦਿੱਲੀ ਦਾ ਦੇਖਦੇ ਰਹੇ। ਤੁਸੀਂ ਸ਼ੀਲਾ ਭਾਟੀਆ ਦਾ ਥੀਏਟਰ ਵੀ ਦੇਖਿਆ, ਤੁਸੀਂ ਪ੍ਰੇਮ ਜਲੰਧਰੀ ਦਾ ਥੀਏਟਰ ਵੀ ਦੇਖਿਆ, ਸਪਰੂ ਹਾਊਸ ਵਾਲਾ ਥੀਏਟਰ ਵੀ ਦੇਖਿਆ, ਖੋਸਲਾ ਸਾਹਿਬ ਦਾ ਵੀ ਦੇਖਿਆ। ਬਿਲਕੁਲ, ਤੇ ਖੋਸਲਾ ਸਾਹਿਬ ਦਾ ਥੀਏਟਰ, ਔਰ ਫਿਰ ਸੀਡੀ ਸਿੱਧੂ ਦਾ ਥੀਏਟਰ, ਔਰ ਪੰਜਾਬੀ ਅਕੈਡਮੀ ਦੇ ਵਿੱਚ ਜਿਹੜੇ ਫੈਸਟੀਵਲ ਹੁੰਦੇ ਸੀ ਉਹਦੇ ਵਿੱਚ ਤੁਸੀਂ ਪਾਰਟਿਸਿਪੇਟ ਵੀ ਕੀਤਾ, ਉਹਦਾ ਹਿੱਸਾ ਵੀ ਰਹੇ, ਹੈ ਨਾ? ਸੋ ਮੈਂ ਚਾਹੁੰਦਾ ਕਿ ਜਿਹੜਾ ਟੋਟਲ ਦੇ ਵਿੱਚ ਤੁਹਾਡੇ ਕੋਲ ਜਿਹੜਾ ਦਿੱਲੀ ਦਾ ਪੰਜਾਬੀ ਰੰਗਮੰਚ ਹੈ, ਇਹਦੀ ਜਿਹੜਾ ਕੰਟਰੀਬਿਊਸ਼ਨ ਨੂੰ ਤੁਸੀਂ ਕਿੱਦਾਂ ਗਿਣਦੇ ਹੋ? ਵੀ ਸ਼ੀਲਾ ਭਾਟੀਆ ਦਾ ਬਿਲਕੁਲ ਅਲੱਗ ਮੁਹਾਂਦਰੇ ਵਾਲਾ ਕੰਮ ਸੀ,
ਪ੍ਰੇਮ ਜਲੰਧਰੀ ਦਾ ਬਿਲਕੁਲ ਬਹੁਤ ਵੱਖਰਾ ਸੀ। ਜਦੋਂ ਸੀਡੀ ਸਿੱਧੂ ਆਏ ਤਾਂ ਬਿਲਕੁਲ ਵੱਖਰਾ ਕੰਮ ਕਰਨ ਵਾਲੇ ਆਏ। ਜਦੋਂ ਕਿ ਪੰਜਾਬੀ ਅਕੈਡਮੀ ਜਿਹੜੀ ਸੀ ਉਹ ਬਾਹਰੋਂ ਟੀਮਾਂ ਬੁਲਾ ਕੇ ਫੈਸਟੀਵਲ ਕਰਦੇ ਸੀ। ਬਹੁਤੀਆਂ ਪੰਜਾਬ ਤੋਂ ਟੀਮਾਂ ਹੁੰਦੀਆਂ ਸੀ, ਇੱਕ ਅੱਧੀ ਦਿੱਲੀ ਤੋਂ ਟੀਮ ਹੁੰਦੀ ਸੀ, ਉਹ ਚ ਵੀ ਸੀਡੀ ਸਿੱਧੂ ਦੀ ਹੁੰਦੀ ਸੀ ਟੀਮ। ਹੋਰ ਤਾਂ ਮੈਂ ਕਦੀ ਬਹੁਤੀ ਕਿਸੇ ਦੀ ਦੇਖੀ ਨਹੀਂ ਸੀ ਉੱਥੇ, ਜਿੰਨਾ ਮੈਨੂੰ ਯਾਦ ਹੈ ਪਿਛਲੇ ਕੋਈ 35-40 ਸਾਲਾਂ ਚ। ਕਿਉਂਕਿ ਜਦੋਂ ਮੈਂ NSD ਤੋਂ ਪਹਿਲੇ ਵੀ ਜਾਂਦਾ ਸੀ ਭਾਜੀ ਦੇ ਨਾਲ ਉੱਥੇ ਫੈਸਟੀਵਲ ਚ ਬਤੌਰ ਐਕਟਰ, ਤਾਂ ਉਦੋਂ ਵੀ ਦੇਖੀਦਾ ਸੀ ਸਿੱਧੂ ਸਾਹਿਬ ਦੀ ਟੀਮ ਵੀ ਬਹੁਤੀ ਹੁੰਦੀ ਸੀਗੀ, ਜਾਂ ਕਦੀ ਕਦਾਈ ਕੋਈ ਇੱਕ ਅੱਧੀ ਕੋਈ ਹੋਰ ਹੁੰਦੀ ਸੀਗੀ। ਸੋ ਇਹ ਮੈਂ ਇਹਦੇ ਬਾਰੇ ਤੁਹਾਡੇ ਕੋਲ ਦਿੱਲੀ ਦੇ ਥੀਏਟਰ ਬਾਰੇ ਕੁਝ ਸੁਣਨਾ ਚਾਹੁੰਦਾ, ਉਹਦੇ ਬਾਰੇ। ਤੁਹਾਡਾ ਤਾਂ ਹੋ ਗਿਆ ਕਿ ਤੁਸੀਂ ਬਹੁਤ ਵਧੀਆ ਕਰਦੇ ਹੋ, ਹੋਰ ਕਿਹੜੇ ਕਿਹੜੇ ਵਧੀਆ ਕਰਦੇ ਸੀ ਉਹਨਾਂ ਬਾਰੇ ਗੱਲ ਕਰੋ। ਜੀ ਬਿਲਕੁਲ, ਮੈਂ ਖੈਰ ਮੈਂ ਇਹ ਦਾਵਾ ਨਹੀਂ ਕਰਦਾ ਕਿ ਮੈਂ ਵਧੀਆ ਕਰਦਾ ਸੀ ਕੰਮ, ਮੈਂ ਇਹ ਦਾਵਾ ਕਰਦਾ ਕਿ ਹਾਂ ਮੈਂ ਕਰਦਾ ਸੀ ਬਸ। ਬਿਲਕੁਲ ਬਿਲਕੁਲ, ਫਿਰ ਸੁੱਟ ਕੇ ਮੈਂ ਲੱਗਿਆ ਰਹਿੰਦਾ ਸੀਗਾ। ਤੇ ਬਾਕੀ ਜਿਹੜੇ ਕੰਮ ਵਧੀਆ ਹੈਗੇ ਨੇ ਉਹ ਵਾਕਈ ਵਧੀਆ ਹੈਗੇ ਨੇ, ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ 'ਚ ਵਾਕਈ ਲਿਖਿਆ ਜਾਏਗਾ। ਖੋਸਲਾ ਸਾਹਿਬ ਸਨ ਔਰ ਸ਼ੀਲਾ ਭਾਟੀਆ ਜੀ, ਖਾਸ ਤੌਰ ਤੇ ਮੈਂ ਸ਼ੀਲਾ ਭਾਟੀਆ ਜੀ ਦਾ ਜ਼ਿਕਰ ਕਰਾਂਗਾ, ਕਿਉਂਕਿ ਸ਼ੀਲਾ ਭਾਟੀਆ ਜੀ ਨੇ ਜਿਹੜਾ ਥੀਏਟਰ ਦਾ ਇੱਕ ਸ਼ੁਰੂ ਕੀਤਾ ਸੀ ਨਾ, ਇੱਕ ਸਟਾਈਲ, ਇੱਕ ਓਪੇਰਾ ਸਟਾਈਲ, ਉਹ ਬਿਲਕੁਲ ਮਤਲਬ ਬੜਾ ਇੱਕ ਪੰਜਾਬੀਆਂ ਵਾਸਤੇ ਤੇ ਬਹੁਤ ਹੀ ਇੱਕ ਵੱਖਰਾ ਜਿਹਾ ਸੀਗਾ, ਔਰ ਇੱਕ ਖੁਸ਼ੀ ਦੇਣ ਵਾਲਾ, ਇੱਕ ਸੁੱਖ ਦੇਣ ਵਾਲਾ ਸੀਗਾ ਮਨ ਨੂੰ, ਅੱਖਾਂ ਨੂੰ। ਔਰ ਚूंकि ਜਿਵੇਂ ਕਿ ਹਿੰਦੀ ਜਾਂ ਅੰਗਰੇਜ਼ੀ ਥੀਏਟਰ ਵਾਲੇ ਉਹ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਫਿਰ ਵੀ ਥੋੜਾ ਜਾਣੂ ਸਨ, ਕਿਉਂਕਿ ਉਹ ਜਿਹੜੀ ਆਡੀਅנס ਹੈ ਉਹ ਬਾਹਰ ਦੇ ਫੋਰਨ ਦੇ ਵੀ ਥੀਏਟਰ ਦੇਖਦੀ ਰਹਿੰਦੀ ਹੋਏਗੀ, ਉਹਨਾਂ ਨੂੰ ਥੋੜੀ ਆਦਤ ਹੋਣੀ। ਤੇ ਪੰਜਾਬੀਆਂ ਦਾ ਥੋੜਾ ਜਿਹਾ ਦਿੱਲੀ ਦੇ, ਖਾਸ ਤੌਰ ਤੇ ਦਿੱਲੀ ਦੇ ਪੰਜਾਬੀਆਂ ਦਾ ਥੋੜਾ ਇਹ ਟੇਸਟ ਘੱਟ ਸੀਗਾ, ਲੇਕਿਨ ਉਹਨਾਂ ਨੂੰ ਬਹੁਤ ਚੰਗਾ ਲੱਗਾ। ਤੇ ਉਹਨਾਂ ਨੇ ਸ਼ੀਲਾ ਭਾਟੀਆ ਜੀ ਨੇ ਜਿਹੜੇ ਕੀਤੇ ਨੇ ਨਾਟਕ, ਉਹ ਲਾਜਵਾਬ। ਐਕਚੁਅਲੀ ਕਈ ਵਾਰੀ ਕੀ ਹੁੰਦਾ ਕਿ ਨਿਰਦੇਸ਼ਕ ਲਾਜਵਾਬ ਉਦੋਂ ਕੰਮ ਕਰਦਾ ਹੈਗਾ ਜਦੋਂ ਉਹਦੇ ਕੋਲ ਟੀਮ ਵੀ ਲਾਜਵਾਬ ਹੁੰਦੀ ਹੈ। ਸ਼ੀਲਾ ਜੀ ਕੋਲ ਟੀਮ ਬੜੀ ਲਾਜਵਾਬ ਸੀਗੀ। ਬਿਲਕੁਲ, ਮਦਨ ਬਾਲਾ ਸਿੱਧੂ ਉਦੋਂ ਉਹਨਾਂ ਦੇ ਸਿੰਗਰ ਸੀਗੇ, ਮਦਨ ਬਾਲਾ ਬਹੁਤ ਲਲਿਤ ਨਾਗਪਾਲ, ਨਿਰੂਪਮਾ ਜੀ, ਸੁਸ਼ਮਾ ਰੋਸ਼ਨ, ਸੁਸ਼ਮਾ आहूजा ਉਸ ਟਾਈਮ ਹੁੰਦੇ ਸਨ, ਸੁਧੀਰ आहूजा ਹੁੰਦੇ ਸਨ। ਉਹ ਮਤਲਬ ਉਹਨਾਂ ਕੋਲ ਟੀਮ ਬੜੀ ਜ਼ਬਰਦਸਤ ਸੀ। ਨੋ ਡਾਊਟ ਕਿ ਡਾਇਰੈਕਟਰ ਦਾ ਆਪਣਾ ਜਿਹੜਾ ਕੰਟਰੀਬਿਊਸ਼ਨ ਹੈਗਾ ਉਹ ਤੇ ਲਾਜਵਾਬ ਸੀਗਾ, ਸ਼ੀਲਾ ਜੀ ਦਾ ਆਪਣਾ ਕੰਟਰੀਬਿਊਸ਼ਨ ਲਾਜਵਾਬ ਸੀਗਾ। ਪਰ ਮੈਨੂੰ ਅਫਸੋਸ ਵੀ ਕਿਤੇ ਹੁੰਦਾ ਹੈਗਾ ਕਿ ਸ਼ੀਲਾ ਜੀ ਨੇ ਆਪਣੀ ਜਿਹੜੀ ਵਿਰਾਸਤ ਹੈ ਉਹ ਕਿਸੇ ਨੂੰ ਦੇ ਕੇ ਨਹੀਂ ਗਏ ਕਿ ਬਈ ਇਹ ਲੈ ਹੁਣ ਤੂੰ ਇਹ ਕੰਮ ਨੂੰ ਤੂੰ ਜਾਰੀ ਰੱਖਣਾ ਹੈਗਾ। ਉਹ ਇਸ ਤਰ੍ਹਾਂ ਉਹਨਾਂ ਨੇ ਕੀਤਾ ਨਹੀਂ ਹੈ। ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਸੀ। ਹਾਲਾਂਕਿ ਉਸ ਵਿਰਾਸਤ ਨੂੰ ਕਾਇਮ ਰੱਖਿਆ ਹੋਇਆ ਅੱਜ ਮਦਨ ਬਾਲਾ ਸਿੱਧੂ ਜੀ, ਨਿਰੂਪਮਾ ਜੀ ਨੇ, ਲਲਿਤ ਨਾਗਪਾਲ ਹੋਰਾਂ ਨੇ, ਮੰਗਤ ਰਾਮ ਹੈਗੇ ਨੇ ਜਿਹੜੇ। ਤੇ ਮੇਰੀ ਦੇਖੋ ਟੀਮ ਦੀ ਗੱਲ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਇੱਕ ਪਹਿਲਾ ਜਿਹੜਾ ਹਿੰਦੀ ਦਾ ਨਾਟਕ ਕੀਤਾ ਸੀਗਾ ਮਾਧਵੀ, ਉਹਦੇ ਵਿੱਚ ਜਿਹੜੇ ਮਿਊਜ਼ਿਕ ਵਾਲੇ ਲਏ ਸਨ ਉਹ ਸ਼ੀਲਾ ਭਾਟੀਆ ਜੀ ਦੇ ਨਾਲ ਕੰਮ ਕਰਦੇ ਸਨ, ਤੇ ਜਿਹੜੇ ਮੇਕਅਪ ਵਾਲੇ ਸਨ MG ਦਮਨੀਆ ਜੀ, ਉਹ ਦਿੱਲੀ ਦੇ ਟੌਪ ਮੋਸਟ, ਇਹ ਤਾਂ ਬੰਬੇ ਤੋਂ ਸਨ, ਦਿੱਲੀ ਦੇ ਟੌਪ ਮੋਸਟ ਮੇਕਅਪ ਮੈਨ। ਉਹ ਸੋ ਮਤਲਬ ਟੀਮ ਮੈਂ ਵੀ ਉਦਾਂ ਦੀ ਲਈ ਤੇ ਮੈਨੂੰ ਬਹੁਤ ਕਾਮਯਾਬੀ ਮਿਲੀ ਸੀ। ਸੋ ਮੈਂ ਸਮਝਦਾ ਕਿ ਟੀਮ ਦਾ ਵੀ ਬੜਾ ਵੱਡਾ ਹੱਥ ਹੈਗਾ। ਸ਼ੀਲਾ ਜੀ ਦਾ ਤੇ ਖੈਰ ਜਵਾਬ ਹੀ ਕੋਈ ਨਹੀਂ ਹੈ, ਤੇ ਉਹਨਾਂ ਦਾ ਬੜਾ ਨਾਮ ਸੀ। ਗੁਰਦਿਆਲ ਖੋਸਲਾ ਜੀ ਹੈਗੇ ਨੇ। ਉਹ ਉਸ ਤੋਂ ਬਾਅਦ ਅਗਰ ਮੈਂ ਪ੍ਰੇਮ ਜਲੰਧਰੀ ਹੋਰਾਂ ਦੀ ਗੱਲ ਕਰਾਂ, ਪ੍ਰੇਮ ਜਲੰਧਰੀ ਹੋਰਾਂ ਨੇ ਬੜੇ ਵਧੀਆ ਨਾਟਕ ਵੀ ਲਿਖੇ ਹੈਗੇ ਨੇ, ਲੇਕਿਨ ਉਹ ਨਾਟਕ ਸ਼ੁਰੂ ਚ ਇੱਕ ਦੋ ਹੋਏ ਹੋਣਗੇ, ਉਹ ਉੱਥੇ ਭੀੜ ਨਹੀਂ ਗਈ। ਲੇਕਿਨ ਫਿਰ ਉਹਨਾਂ ਨੇ ਜਿਹੜੇ ਨਾਟਕ ਥੋੜੇ ਜਿਹੇ, ਜਿਨ੍ਹਾਂ ਨੂੰ ਅਸੀਂ ਲੱਚਰ ਨਾਟਕ ਵੀ ਕਹਿ ਸਕਦੇ ਹਾਂ ਅੱਜ ਦੀ ਡੇਟ ਵਿੱਚ, ਉਹ ਸਪਰੂ ਹਾਊਸ ਟਾਈਪ, ਉਹਨਾਂ ਨੇ ਉਸ ਤਰ੍ਹਾਂ ਦੇ ਨਾਟਕ ਲਿਖੇ। ਸ਼ਾਇਦ ਉਹਨਾਂ ਨੇ ਘੱਟ ਲਿਖੇ ਸਨ, ਲੇਕਿਨ ਆਰਟਿਸਟਾਂ ਨੇ ਲਿਬਰਟੀ ਲੈ ਕੇ ਉਹਨਾਂ ਦੀ ਉਸ ਬੋਲੀ ਨੂੰ ਜ਼ਿਆਦਾ ਮਤਲਬ ਵਿਗਾੜ ਦਿੱਤਾ, ਥੋੜਾ ਜ਼ਿਆਦਾ ਵਿਗਾੜ ਦਿੱਤਾ। ਉਹ ਦਰਸ਼ਕਾਂ ਨੂੰ ਜ਼ਿਆਦਾ ਮਜ਼ਾ। ਗੁਰਦੀਪ, ਮੈਂ ਉਹਨਾਂ ਦੇ ਕੁਝ ਨਾਟਕਾਂ ਦੀਆਂ ਤਸਵੀਰਾਂ ਦੇਖੀਆਂ, ਪ੍ਰੇਮ ਜਲੰਧਰੀ ਦੇ ਨਾਟਕਾਂ ਦੀਆਂ, ਉਹ ਕਮਾਲ ਦੀ, ਯਾਨੀ ਕਿ ਡਿਜ਼ਾਈਨਿੰਗ ਉਹਨਾਂ ਦੇ ਵਿੱਚ, ਨਾਟਕਾਂ ਦੇ ਸੈੱਟ, ਗ੍ਰੇਟ ਸੈੱਟ ਲੱਗੇ ਹੋਏ ਨੇ, ਵੱਡੇ ਵੱਡੇ ਸੈੱਟ ਔਰ ਬੜੇ ਖੂਬਸੂਰਤ ਸੈੱਟ ਔਰ ਬੜੀ ਸੋਹਣੀਆਂ ਕੰਪੋਜੀਸ਼ਨਸ ਉਹਦੇ ਵਿੱਚ। ਉਹ ਕੀ ਉਹਨਾਂ ਨਾਟਕਾਂ ਦੇ ਨਾਮ ਹੀ ਇਦਾਂ ਦੇ ਹੁੰਦੇ ਸੀ, ਜਾਂ ਨਾਟਕਾਂ ਦੇ ਅੰਦਰ ਵੀ ਕੁਝ ਉਦਾਂ ਦਾ ਹੁੰਦਾ ਹੈ? ਤੁਸੀਂ ਦੇਖੇ ਉਹਨਾਂ ਦੇ ਨਾਟਕ?
ਨਹੀਂ, ਮੈਂ ਅਸਲ ਵਿੱਚ ਕੀ ਹੈ ਕਿ ਉਹਨਾਂ ਦੇ ਨਾਟਕ ਮੈਂ ਦੇਖੇ ਨਹੀਂ ਹੈ। ਉਹਨਾਂ ਦੇ ਇੱਕ ਨਾਟਕ ਮੈਂ ਜਿਹੜਾ ਕਿ ਇਹ ਦੁਅਰਥੀ ਨਾਟਕ ਜਿਹਨੂੰ ਅਸੀਂ ਕਹਿ ਸਕਦੇ ਹਾਂ, ਮੈਂ ਇਦਾਂ ਦਾ ਇੱਕ ਨਾਟਕ ਇੱਕ ਵਾਰੀ ਦੇਖਿਆ ਸੀਗਾ, ਔਰ ਤੁਸੀਂ ਯਕੀਨ ਮੰਨਣਾ ਉਹ 10 ਰੁਪਏ ਦੀ ਟਿਕਟ ਮੈਂ 100 ਰੁਪਏ ਚ ਬਲੈਕ ਲੈ ਕੇ ਦੇਖੀ ਸੀਗੀ, ਕਿਉਂਕਿ ਪੰਜਾਬੀ ਦਰਸ਼ਕ ਉਹਦੇ ਵਿੱਚ ਬੜਾ, ਪੰਜਾਬੀ ਕੀ ਮਤਲਬ ਸਾਰੇ ਨਾਨ ਪੰਜਾਬੀ ਵੀ ਉਹਦੇ ਵਿੱਚ ਜਾ ਕੇ ਬੜਾ ਇੰਜੋਏ ਕਰਦੇ ਹੁੰਦੇ ਸਨ, ਕਿਉਂਕਿ ਉਹ ਨਾਟਕ ਹੀ ਇਦਾਂ ਦੇ ਹੁੰਦੇ ਸਨ। ਉਹ ਨਾਟਕ ਜ਼ਿਆਦਾਤਰ ਹੁੰਦੇ ਵੀ ਸਪਰੂ ਹਾਊਸ ਦੇ ਵਿੱਚ ਹੀ ਸਨ। ਤੇ ਹੋਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦਿਨਾਂ ਵਿੱਚ ਪੰਜਾਬੀ ਅਕੈਡਮੀ ਦਾ ਆਫਿਸ ਵੀ ਸਪਰੂ ਹਾਊਸ ਵਿੱਚ ਹੀ ਹੁੰਦਾ ਸੀਗਾ, ਜਿਹੜੇ ਕਿ ਨਾਟਕਾਂ ਨੂੰ ਸੁਧਾਰਨ ਤੇ ਲੱਗੇ ਹੋਏ ਸਨ। ਖੈਰ ਚਲੋ, ਉਹ ਆਪਣੇ ਕਾਮਯਾਬ ਵੀ ਹੋਏ ਪੰਜਾਬੀ ਅਕੈਡਮੀ, ਔਰ ਸਿਰਫ ਪੰਜਾਬੀ ਅਕੈਡਮੀ ਦਾ ਹੀ ਹੱਥ ਨਹੀਂ, ਉਹਦੇ ਚ ਸਾਡਾ ਵੀ ਕਿਧਰੇ ਯੋਗਦਾਨ ਅਸੀਂ ਵੀ ਪਾਇਆ ਹੈਗਾ, ਕਿਉਂਕਿ ਐਜੀਟੇਸ਼ਨਾਂ ਵੀ ਕੀਤੀਆਂ ਸੀ ਉਹਦੇ ਖਿਲਾਫ। ਉਹ ਤੇ ਬਾਹਰ ਬੈਠ ਕੇ ਅਸੀਂ NSD ਦੇ ਬਾਹਰ ਬੈਠ ਕੇ ਜਾਂ ਸਪਰੂ ਹਾਊਸ ਦੇ ਬਾਹਰ ਜਾ ਕੇ ਕੀਤੀਆਂ। ਤੇ ਖੈਰ ਉਹ ਜਿਹੜਾ ਜਲੰਧਰੀ ਉਹਨਾਂ ਦੇ ਨਾਟਕਾਂ ਦੀ ਗੱਲ ਹੈ, ਵਾਕਈ ਉਹਨਾਂ ਦੇ ਨਾਟਕ ਅੱਛੇ ਨਾਟਕ ਵੀ ਸਨ, ਪਰ ਉਹ ਸ਼ੁਰੂ ਵਿੱਚ ਮੈਨੂੰ ਪਤਾ ਲੱਗਿਆ ਸੀ ਕਿ ਉਹ ਲੋਕ ਇੰਨੇ ਕੋਈ ਆਉਂਦੇ ਨਹੀਂ ਸੀ, ਤੇ ਉਹਨਾਂ ਨੇ ਫਿਰ ਚੰਚਲਤਾ ਵਾਲੇ ਨਾਟਕ ਜਿਹੜੇ ਲਿਖਣੇ ਸ਼ੁਰੂ ਕੀਤੇ। ਲੇਕਿਨ ਉਸ ਨਾਟਕ ਨੂੰ ਉਹਦੇ ਅਭਿਨੈ ਕਰਦੇ ਹੋਇਆ ਜਿਹੜੇ ਐਕਟਰ ਹੁੰਦੇ ਸਨ, ਉਹਨਾਂ ਨੇ ਥੋੜੀ ਜ਼ਿਆਦਾ ਲਿਬਰਟੀ ਲਈ, ਕਿਉਂਕਿ ਉਹ ਇੰਪਰੋਵਾਈਜ਼ ਕਰਨ ਵਾਲੇ ਐਕਟਰ ਸਨ ਜ਼ਿਆਦਾ। ਉਹ ਉਹਨਾਂ ਨੂੰ ਉਸ ਤਰ੍ਹਾਂ ਦੇ ਐਕਟਰ ਨਹੀਂ ਕਿਹਾ ਜਾ ਸਕਦਾ, ਰੈਗੂਲਰ ਐਕਟਰ ਨਹੀਂ, ਉਹ ਇੰਪਰੋਵਾਈਜ਼ ਕਰਦੇ ਹੁੰਦੇ ਸਨ। ਤੇ ਇੰਪਰੋਵਾਈਜ਼ੇਸ਼ਨ ਉਹ ਇਸ ਤਰ੍ਹਾਂ ਦੀਆਂ ਕਰਦੇ ਸਨ ਕਿ ਉਹਦੇ ਚ ਵਲਗੈਰਿਟੀ ਉਹਨਾਂ ਨੇ ਥੋੜੀ ਬਹੁਤ ਲਿਆਣੀ ਸ਼ੁਰੂ ਕਰਤੀ, ਦਰਸ਼ਕਾਂ ਨੂੰ ਮਜ਼ਾ ਆਉਣ ਲੱਗ ਪਿਆ, ਤੇ ਦਰਸ਼ਕਾਂ ਨੂੰ ਮਜ਼ਾ ਆਉਣ ਲੱਗ ਪਿਆ ਤੇ ਉਹ ਨਾਟਕ ਵਿਕਣ ਲੱਗ ਪਏ। ਹੁਣ ਨਾਟਕ ਵਿਕ ਰਹੇ ਨੇ ਤੇ ਪ੍ਰੇਮ ਜਲੰਧਰੀ ਹੋਰਾਂ ਨੂੰ ਵੀ ਪੈਸੇ ਜਾ ਰਹੇ ਨੇ, ਪ੍ਰੇਮ ਜਲੰਧਰੀ ਹੋਰਾਂ ਨੂੰ ਪੈਸੇ ਜਾ ਰਹੇ ਨੇ, ਤੇ ਬੰਦਾ ਫਿਰ ਕਹਿੰਦਾ ਹੀ ਹੈ ਚੱਲ ਯਾਰ ਐਲੋ ਇੱਕ ਹੋਰ ਲਵੋ, ਐਲੋ ਇੱਕ ਹੋਰ ਲਵੋ। ਫਿਰ ਐਵੇਂ ਹੀ ਨਾਟਕ ਮਤਲਬ ਉਹ ਜ਼ਿਆਦਾ ਮਸ਼ਹੂਰ ਹੁੰਦੇ ਰਹੇ, ਤੇ ਉਹ ਜਿਹੜਾ ਧੋਣਾ ਧੋਣ ਵਾਸਤੇ ਨਾ ਕਿੰਨੇ ਪਾਪੜ ਵੇਲਣੇ ਪਏ। ਗੁਰਦੀਪ, ਹਾਲਾਂਕਿ ਦਿੱਲੀ ਦੇ ਥੀਏਟਰ 'ਚ ਉਸ ਵੇਲੇ ਪੰਜਾਬੀ ਥੀਏਟਰ ਜਿਹੜਾ ਸ਼ੀਲਾ ਭਾਟੀਆ ਉਹਨਾਂ ਤੋਂ ਪਹਿਲਾਂ ਕਰ ਰਹੇ ਸੀ, ਉਹਨਾਂ ਤੋਂ ਪਹਿਲੇ ਜਸੂਜਾ ਜੀ ਕਰ ਰਹੇ ਸੀ, ਹੂਜਾ ਜੀ ਕਰ ਰਹੇ ਸੀ, ਉੱਥੇ ਘੁੰਮਣ ਸਾਹਿਬ ਵੀ ਉੱਥੇ ਕਰਦੇ ਰਹੇ ਜੀ, ਬਿਲਕੁਲ। ਸ਼ੁਰੂਆਤੀ ਦੌਰ ਵਿੱਚ ਟਿਵਾਣਾ ਸਾਹਿਬ ਵੀ ਉੱਥੇ ਕਰਦੇ ਰਹੇ, ਡਾਕਟਰ ਹਰਚਰਨ ਸਿੰਘ ਦੇ ਉੱਥੇ ਨਾਟਕ ਹੋਏ, ਨੰਦਨ ਵੀ ਉੱਥੇ ਪਹਿਲੇ ਕਰਦੇ ਰਹੇ। ਉਹਨਾਂ ਨੇ ਵੀ ਮੇਲੇ ਕੀਤੇ ਉੱਥੇ, ਜਿਹੜੀ ਪੰਜਾਬੀ ਰੰਗਮੰਚ ਦੀ 50 ਸਾਲਾ ਜਿਹੜੀ ਸੀਗੀ ਉਹ ਉੱਥੇ ਦਿੱਲੀ ਵਿੱਚ ਸੈਲੀਬ੍ਰੇਟ ਕੀਤੀ ਗਈ, 8 ਦਿਨ ਦਾ 10 ਦਿਨ ਦਾ ਮੇਲਾ ਲਾ ਕੇ, ਔਰ ਉਹ ਸੀਰੀਅਸ ਪਲੇ ਸੀ, ਅੱਛੇ ਪਲੇ ਸੀਗੇ ਜਿਹੜੇ। ਉਸ ਦੇ ਬਾਵਜੂਦ ਵੀ ਇਹ ਜਿਹੜੀ ਲੋੜ ਪੈ ਗਈ ਪ੍ਰੇਮ ਜਲੰਧਰੀ ਵਾਲੇ ਥੀਏਟਰ ਦੀ, ਜਿਹੜੀ ਵੀ ਇਸ ਤਰ੍ਹਾਂ ਦੇ ਹੈ ਨਾ ਵੀ ਦਰਸ਼ਕ ਤਾਂ ਪਹਿਲਾਂ ਵੀ ਆਉਂਦੇ ਸੀ ਦੂਜੇ ਨਾਟਕਾਂ ਨੂੰ ਦੇਖਣ ਵਾਸਤੇ ਵੀ ਦਰਸ਼ਕ ਨਹੀਂ ਸੀ ਆਉਂਦੇ, ਇਸ ਕਰਕੇ ਇਹਨਾਂ ਡਬਲ ਮੀਨਿੰਗ ਕੀਤਾ। ਮੇਰਾ ਖਿਆਲ ਇਹਦਾ ਕਾਰਨ ਕੋਈ ਹੋਰ ਹੋਏਗਾ। ਉਹਦੀ ਇੱਕ ਖਾਸ ਵਜ੍ਹਾ ਵੀ ਹੈਗੀ ਹੈ ਕਿ ਜਿਵੇਂ ਤੁਸੀਂ ਘੁੰਮਣ ਸਾਹਿਬ ਦੀ ਗੱਲ ਕੀਤੀ ਹੈ, ਜਿਵੇਂ ਟਿਵਾਣਾ ਸਾਹਿਬ ਦੀ ਗੱਲ ਕੀਤੀ ਹੈ, ਜਿਵੇਂ ਜਸੂਜਾ ਸਾਹਿਬ ਵੀ ਕਰਦੇ ਸਨ, ਹੋਰ ਇਵਨ ਪਰਿਤੋਸ਼ ਗਾਰਗੀ ਉਹਨਾਂ ਦੇ ਨਾਟਕ ਵੀ ਹੁੰਦੇ ਸਨ, ਉਹ ਵੀ ਕਰਦੇ ਸਨ। ਮਤਲਬ ਇਹਨਾਂ ਦੇ ਨਾਟਕ ਹੁੰਦੇ ਸਨ, ਲੇਕਿਨ ਉਹ ਟਾਵਾਂ ਕਦੀ ਹੁੰਦੇ ਸਨ। ਤੇ ਉਹਨਾਂ ਦੇ ਨਾਟਕਾਂ ਦੇ ਵਿੱਚ ਜਿਹੜੇ ਦਰਸ਼ਕ ਸਨ ਨਾ, ਉਹ ਇੱਕ ਕਿਸਮ ਦੇ ਇੱਕ ਲਿਮਿਟਿਡ, ਮਤਲਬ ਜਿਵੇਂ ਕਹਿ ਸਕਦੇ ਆ ਇੱਕ ਮਤਲਬ ਬੰਨੇ ਹੋਏ ਦਰਸ਼ਕ, ਉਹੀ ਜਿਹੜੇ ਇੱਕ ਚਾਹੁੰਦੇ ਸੀ ਰੋਜ਼ ਬਾਰ-ਬਾਰ ਉਹੀ। ਹਾਂ, ਜ਼ਿਆਦਾਤਰ ਉਹਨਾਂ ਦੇ ਬੰਨੇ ਹੋਏ ਦਰਸ਼ਕ ਨੇ। ਜਿਵੇਂ ਅੱਜ ਦਿੱਲੀ ਵਿੱਚ ਵੀ ਹੈ, ਗੁਰਦੀਪ ਸੇਰਾ ਦਾ ਨਾਟਕ ਹੋ ਰਿਹਾ ਤਾਂ ਗੁਰਦੀਪ ਸੇਰਾ ਦੇ ਬੰਨੇ ਹੋਏ ਦਰਸ਼ਕ ਜ਼ਿਆਦਾ ਹੋਣਗੇ। ਕੇਵਲ ਧਾਲੀਵਾਲ ਦਾ ਨਾਮ ਸੁਣਨਗੇ ਤੇ ਜਿਹੜੇ ਕੇਵਲ ਧਾਲੀਵਾਲ ਨੂੰ ਜ਼ਿਆਦਾ ਪਸੰਦ ਕਰਦੇ ਨੇ ਉਹ ਜ਼ਰੂਰ ਆਣਗੇ। ਹਾਲਾਂਕਿ ਆਮ ਦਰਸ਼ਕ ਵੀ ਆਂਦਾ ਹੈਗਾ ਤੇ ਉਹ ਜ਼ਰੂਰ ਆਂਦੇ ਨੇ। ਔਰ ਮਤਲਬ ਇਸ ਤਰ੍ਹਾਂ ਦੇ ਇੱਕ ਦਰਸ਼ਕ ਹਰ ਇੱਕ, ਮੈਂ ਸਮਝਦਾ ਵਾਂ ਕਿ ਇਹ ਤੇ ਗੱਲ ਹੈ, ਕੋਈ ਵੀ ਨਾਟਕ ਹੁੰਦਾ ਹੈ ਉਹਦਾ ਡਾਇਰੈਕਟਰ ਜਿਹੜਾ ਹੈਗਾ ਉਹਦੇ ਆਪਣੇ ਦਰਸ਼ਕ ਬੰਨੇ ਹੋਏ ਹੈਗੇ ਨੇ। ਮੈਂ ਗੁਰਦੀਪ ਉਸ ਤੋਂ ਅਗਲੀ ਗੱਲ ਪੁੱਛਣੀ ਚਾਹ ਰਿਹਾ, ਹੁਣ ਪੰਜਾਬੀ ਰੰਗਮੰਚ ਦੀ ਦਿੱਲੀ ਵਿੱਚ ਕੀ ਸਥਿਤੀ ਹੈ ਇਸ ਵੇਲੇ? ਕਿਉਂਕਿ ਬਹੁਤ ਸਮੇਂ ਤੋਂ ਜਿਵੇਂ ਅਸੀਂ ਗੱਲ ਕਰੀਏ ਕਿ ਜਦੋਂ ਸ਼ੀਲਾ ਭਾਟੀਆ ਸੀ ਉਦੋਂ ਉਹਨਾਂ ਦਾ ਹੀ ਨਾਮ ਸੁਣਦਾ ਸੀ, ਹੋਰ ਕੋਈ ਲਾਗੇ ਚਾਗੇ ਸੁਣਾਈ ਨਹੀਂ ਸੀ ਦਿੰਦਾ ਹੁੰਦਾ, ਹੈ ਨਾ। ਤੇ ਜਿਵੇਂ CD ਸਿੱਧੂ ਹੋਰੀ ਸੀ ਤੇ ਉਹਨਾਂ ਦਾ ਨਾਮ ਹੀ ਸੁਣਦਾ ਸੀ ਉਦੋਂ ਪੰਜਾਬੀ ਰੰਗਮੰਚ, ਜਦੋਂ ਕੋਈ ਜਿਹੜੇ ਬਾਕੀ ਕਰ ਰਹੇ ਸੀ NCP ਨਹੀਂ ਹੋ ਰਿਹਾ, ਹੈ ਨਾ। ਤੇ ਹੁਣ ਇਸ ਵੇਲੇ ਕੀ ਸਥਿਤੀ ਹੈ ਕਿ ਹੁਣ ਵੀ ਅਸੀਂ ਇੱਕ ਦੋ ਹੀ ਕੋਈ ਨਾਂ ਸੁਣਦੇ ਆ, ਹੋਰ ਕੋਈ ਬਹੁਤੇ ਨਾਮ ਸਾਹਮਣੇ ਨਹੀਂ ਆਉਂਦੇ? ਨਹੀਂ, ਬਿਲਕੁਲ। ਜਦੋਂ ਕਿ ਹੁਣ ਤੁਹਾਡੇ ਕੋਲ ਗੱਲਾਂ ਸੁਣਦੇ ਆ, ਤੁਸੀਂ ਬਹੁਤ ਕੰਮ ਕੀਤਾ, ਬਹੁਤ ਵੈਰਾਈਟੀ ਆਫ ਥੀਏਟਰ ਕੀਤਾ ਤੁਸੀਂ, ਔਰ ਉਸ ਦੇ ਬਾਵਜੂਦ
ਸਾਨੂੰ ਗੁਰਦੀਪ ਸੇਹਰਾ ਤੋਂ ਅੱਜ ਪਤਾ ਲੱਗਦਾ ਪਿਆ ਕਿ ਤੁਸੀਂ ਇੰਨਾ ਕੰਮ ਕੀਤਾ ਹੈ ਨਾ। ਉਹ ਦਰਅਸਲ ਗੱਲ ਹੋਈ ਹੈ ਨਾ ਕਿ ਉਹ ਅਸੀਂ ਪ੍ਰੈਸ ਵੱਲ ਨਹੀਂ ਗਏ, ਅਸੀਂ ਪ੍ਰਚਾਰ ਵੱਲ ਨਹੀਂ ਗਏ, ਬਸ ਚੁੱਪ ਚਪੀਤੇ ਕੰਮ ਕਰਦੇ ਰਹੇ ਹਾਂ। ਇਹੀ ਸੀਗਾ ਮਤਲਬ, ਜਿਸ ਕਾਰਨ ਮਤਲਬ ਪਤਾ ਨਹੀਂ ਲੱਗ ਸਕਿਆ। ਔਰ ਇੱਕ ਗੱਲ ਹੈ ਕਿ ਜਿਨ੍ਹਾਂ ਦੇ ਥਰੂ ਪਤਾ ਲੱਗਣਾ ਚਾਹੀਦਾ ਸੀਗਾ, ਜਿਹੜੇ ਇਤਿਹਾਸ ਦੱਸ ਰਹੇ ਨੇ ਸਾਰਾ, ਉਹੀ ਜ਼ਿਕਰ ਨਹੀਂ ਕਰਨਗੇ ਤੇ ਫਿਰ ਕਿਵੇਂ ਪਤਾ ਲੱਗੇਗਾ। ਬਿਲਕੁਲ। ਅਗਰ ਮੰਨ ਲਓ ਮੈਂ ਤੁਹਾਨੂੰ ਪਿਛੋਕੜ ਦੱਸ ਰਿਹਾ ਵਾਂ, ਅਗਰ ਮੈਂ ਕਿਸੇ ਦੀ ਪਿਛੋਕੜ ਵਿੱਚੋਂ ਤੁਹਾਨੂੰ ਨਾ ਦੱਸਾਂ ਤੇ ਤੁਹਾਨੂੰ ਕਿਵੇਂ ਪਤਾ ਲੱਗੇਗਾ। ਸੋ ਇਹ ਮਤਲਬ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੁੰਦੀਆਂ ਨੇ। ਖੈਰ, ਤੇ ਰਹੀ ਗੱਲ ਤੁਸੀਂ ਪੁੱਛਿਆ ਕਿ ਹਾਂ ਬਿਲਕੁਲ ਸ਼ੀਲਾ ਭਾਟੀਆ ਜੀ ਔਰ ਉਸ ਤੋਂ ਬਾਅਦ ਚਰਨਦਾਸ ਸਿੱਧੂ ਸਾਹਿਬ ਜਿਸ ਟਾਈਮ ਸੀਗੇ ਉਹ ਛਾਏ ਰਹੇ, ਕਿਉਂਕਿ ਉਹਨਾਂ ਦੇ ਹੁੰਦਿਆਂ ਕੋਈ ਹੋਰ ਮਤਲਬ ਕੋਈ ਗਰੁੱਪ ਨਹੀਂ ਆਇਆ। ਇੱਕ ਗੁਰਦੀਪ ਸੇਹਰਾ ਸੀਗਾ ਜਿਹੜਾ ਲਗਾਤਾਰ ਉਹਨਾਂ ਦੇ ਗਰੁੱਪ ਵਿੱਚ ਤੇ ਸੀਗਾ ਹੀ, ਲੇਕਿਨ ਉਸ ਤੋਂ ਬਾਵਜੂਦ ਆਪਣਾ ਅਲੱਗ ਵੀ ਕੰਮ ਕਰਦਾ ਰਿਹਾ ਵੇ। ਤੇ ਹੋਰ ਕੋਈ ਮਤਲਬ ਨਹੀਂ ਆਇਆ। ਕੋਈ ਆਇਆ ਵੀ ਤਾਂ ਕਿਸੇ ਨੇ ਇੱਕ ਅੱਧਾ ਪਲੇ ਕੀਤਾ, ਉਹ ਚਲੇ ਗਏ, 2 ਪਲੇ ਕੀਤੇ ਚਲੇ ਗਏ, ਬਸ ਵੱਧ ਤੋਂ ਵੱਧ 1 ਜਾਂ 2 ਪਲੇ, ਹੋਰ ਕਿਸੇ ਨੇ ਕੀਤਾ ਨਹੀਂ। ਤੇ ਹੁਣ ਮੌਜੂਦਾ ਸਮੇਂ ਵਿੱਚ ਕਿੱਦਾਂ ਹੈ, ਅੱਜ ਦੇ ਸਮੇਂ ਵਿੱਚ ਕਿੱਦਾਂ ਹੈ? ਹਾਂ, ਮੈਂ ਉੱਥੇ ਹੀ ਆ ਰਿਹਾ ਵਾਂ। ਤੇ ਸਿੱਧੂ ਸਾਹਿਬ ਦੇ ਜਾਣ ਤੋਂ ਬਾਅਦ ਵੀ ਕਿਉਂਕਿ ਹੁਣ ਕੀ ਹੈ, ਚਲੋ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ। ਅੱਜ ਦਾ ਸਮਾਂ ਤੇ ਖੈਰ ਚਲੋ ਮੈਂ ਲਾਕਡਾਊਨ ਤੋਂ ਪਹਿਲੇ ਦੀ ਗੱਲ ਕਰਦਾ ਹਾਂ, 2 ਸਾਲ ਪਹਿਲੇ ਦੀ ਗੱਲ ਕਰਦਾ ਹਾਂ। ਮੈਂ ਤੁਹਾਨੂੰ ਦੱਸਾਂ ਕਿ ਸਨ 2005 ਦੇ ਵਿੱਚ, ਚूंकि ਮੈਂ ਚੈਨਲਾਂ ਵਿੱਚ ਚਲਾ ਗਿਆ, ਟੈਲੀਵਿਜ਼ਨ ਚੈਨਲਾਂ ਵਿੱਚ, ETC ਪੰਜਾਬੀ ਦਾ ਪ੍ਰੋਗਰਾਮਿੰਗ ਹੈਡ ਆਫ ਰਿਲੀਜੀਅਸ ਡਿਪਾਰਟਮੈਂਟ ਬਣਿਆ, ਫਿਰ PTC ਵਿੱਚ ਵੀ ਉਹੀ ਰਿਹਾ, ਫਿਰ ਟਾਈਮ TV ਚੜ੍ਹਦੀ ਕਲਾ ਵਿੱਚ ਮੈਂ ਪ੍ਰੋਗਰਾਮਿੰਗ ਹੈਡ ਰਿਹਾ ਚੈਨਲ ਦਾ। ਤੇ ਉਹ ਕਿੰਨੇ ਸਾਲ ਮੇਰੇ ਉਧਰ ਲੰਘ ਗਏ ਤੇ ਮੈਂ ਨਾਟਕਾਂ ਵੱਲ ਮੈਂ ਦੇਖਣ ਵਾਸਤੇ ਤੇ ਜਾਂਦਾ ਰਿਹਾ, ਪਰ ਉਵੇਂ ਮੈਂ ਨਾਟਕਾਂ ਵੱਲ ਮੂੰਹ ਨਹੀਂ ਕੀਤਾ, ਮਤਲਬ ਮੈਂ ਐਕਟਿੰਗ ਜਾਂ ਕੋਈ ਪਾਰਟਿਸਿਪੇਟ ਨਹੀਂ ਕੀਤਾ ਹੈਗਾ। ਤੇ ਇਸ ਕਰਕੇ 2014 ਤੱਕ ਤਾਂ ਮੈਨੂੰ ਬਿਲਕੁਲ ਗਿਆਨ ਨਹੀਂ ਹੈਗਾ। ਔਰ ਇੰਨਾ ਤੇ ਗਿਆਨ ਹੈ ਕਿ ਕੋਈ ਉਸ ਦੌਰਾਨ ਹੋਰ ਕੋਈ ਆਇਆ ਵੀ ਨਹੀਂ ਹੈ ਸਿੱਧੂ ਸਾਹਿਬ ਤੋਂ ਇਲਾਵਾ ਦਿੱਲੀ ਵਿੱਚ। ਹਾਂ, ਫਿਰ 2016 ਤੋਂ ਮੈਂ ਫਿਰ ਐਕਟਿਵ ਹੋਇਆ ਵਾਂ, ਐਕਟਿੰਗ ਕਰਦਾ ਰਿਹਾ ਵਾਂ। ਔਰ 2015 ਤੋਂ ਮੈਂ ਇੱਕ ਪ੍ਰੋਡਕਸ਼ਨ ਖਾਲਸਾ ਕਾਲਜ ਦਿੱਲੀ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਾਲਿਆਂ ਨੇ ਔਰ ਭਾਈ ਵੀਰ ਸਿੰਘ ਸਦਨ ਦਿੱਲੀ ਵਾਲਿਆਂ ਨੇ ਮਿਲ ਕੇ ਇੱਕ ਪ੍ਰੋਡਕਸ਼ਨ ਤਿਆਰ ਕਰਵਾਈ ਮੇਰੇ ਕੋਲੋਂ। ਉਹਦੇ ਤੇ ਲੱਖਾਂ ਰੁਪਏ ਦੀ ਪ੍ਰੋਡਕਸ਼ਨ ਤਿਆਰ ਕੀਤੀ ਗਈ। ਭਾਈ ਵੀਰ ਸਿੰਘ ਦੇ ਨਾਵਲ ਵਿਜੈ ਸਿੰਘ ਦੇ ਉੱਤੇ ਉਹਨੂੰ ਮੈਂ ਅਡਾਪਟੇਸ਼ਨ ਕੀਤਾ ਨਾਵਲ ਨੂੰ, ਉਹਦੇ ਤੇ ਉਹੀ ਨਾਮ ਰੱਖ ਕੇ, ਵਿਜੈ ਸਿੰਘ ਨਾਮ ਰੱਖ ਕੇ ਨਾਟਕ ਤਿਆਰ ਕੀਤਾ ਗਿਆ। ਲਗਭਗ 3.25 ਘੰਟੇ ਦਾ ਨਾਟਕ। ਤੁਸੀਂ ਹੈਰਾਨ ਹੋ ਗਏ ਅੱਜ ਦੀ ਡੇਟ ਵਿੱਚ 3.25 ਘੰਟੇ ਦਾ ਨਾਟਕ। ਲੇਕਿਨ ਮੈਨੂੰ ਬੜੇ ਹੈਰਾਨੀ ਦੀ ਗੱਲ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਉਸ ਹਾਲ ਦੇ ਵਿੱਚ, ਖਾਲਸਾ ਕਾਲਜ ਦੇ ਹਾਲ ਦੇ ਵਿੱਚ, ਸਾਡੇ ਦਿੱਲੀ ਦੇ ਜਿਹੜੇ ਗੁਰਦੁਆਰਾ ਕਮੇਟੀ ਦੇ ਵੀ, ਜਾਂ ਡਾਕਟਰ ਜਸਪਾਲ ਸਿੰਘ ਜਿਹੜੇ VC ਰਹੇ ਨੇ ਉਹ, ਜਾਂ ਤਰਲੋਚਨ ਸਿੰਘ, ਮਤਲਬ ਇਹ ਲੋਕ ਸਾਰੇ, ਹਾਲਾਂਕਿ ਆਪਣਾ ਭਾਸ਼ਣ ਖਤਮ ਹੋ ਜਾਵੇ ਤੇ 15-20 ਮਿੰਟ ਜਾਂ ਅੱਧਾ ਘੰਟਾ ਬੈਠਦੇ ਨਹੀਂ ਹੈ, ਪੂਰੇ 3.25 ਘੰਟੇ ਬੈਠ ਕੇ ਇਹਨਾਂ ਨੇ ਨਾਟਕ ਦੇਖਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਤਾਰੀਫ ਕੀਤੀ। ਤੇ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ। ਹਾਲਾਂਕਿ ਉਹ ਗੱਲ ਠੀਕ ਹੈ ਕਿ ਉਸ ਤੋਂ ਬਾਅਦ ਉਸ ਨਾਟਕ ਨੂੰ ਮੈਂ ਹੁਣ ਲਗਭਗ 2 ਘੰਟੇ ਦਾ ਕਰ ਦਿੱਤਾ ਔਰ ਉਹਦੇ ਫਿਰ ਕਈ ਸ਼ੋਜ਼ ਕੀਤੇ ਨੇ, ਕਈ ਸ਼ੋਅ ਦਿੱਲੀੋਂ ਬਾਹਰ ਕਰ ਚੁੱਕਾ। ਤੇ ਮੇਰੀ ਉਹ ਪ੍ਰੋਡਕਸ਼ਨ ਰੈਡੀ ਹੈਗੀ, ਅਜੇ ਵੀ ਮੈਂ ਉਹਦੇ ਸ਼ੋਜ਼ ਲੈ ਰਿਹਾ ਵਾਂ, ਕਰਦਾ ਵਾਂ। ਤੇ ਦਿੱਲੀ ਵਿੱਚ ਕੀ ਹੈ ਕਿ ਪੰਜਾਬੀ ਅਕੈਡਮੀ, ਚੂੰਕਿ ਪੋਲੀਟੀਕਲ ਜਿਹੜਾ ਉਤਾਰ ਚੜਾ ਆ ਰਿਹਾ ਦਿੱਲੀ ਦੇ ਵਿੱਚ ਆਇਆ, ਉਹਦਾ ਅਸਰ ਮਤਲਬ ਇਹਨਾਂ ਤੇ ਵੀ ਪਿਆ ਹੈਗਾ, ਕਿਉਂਕਿ ਇਹ ਐਸਟੈਬਲਿਸ਼ ਨਹੀਂ ਹੋ ਪਾ ਰਹੇ ਅਕੈਡਮੀਆਂ ਵਾਲੇ। ਖਾਸ ਤੌਰ ਤੇ ਕੀ ਹੈ, ਦੇਖੋ ਪਰਸਨਲੀ ਥੀਏਟਰ ਕਰਨਾ ਬੜਾ ਮੁਸ਼ਕਲ ਹੈ, ਅਕੈਡਮੀਆਂ ਦਾ ਸਹਿਯੋਗ ਚਾਹੀਦਾ ਹੀ ਚਾਹੀਦਾ ਹੈਗਾ। ਤੇ ਅਕੈਡਮੀਆਂ ਜਿਹੜੀਆਂ ਨੇ ਉਹ ਉਹਨਾਂ ਵਿੱਚ ਐਸਟੈਬਲਿਸ਼ਮੈਂਟ ਆ ਨਹੀਂ ਰਹੀ ਹੈ, ਇਸ ਕਰਕੇ ਕੋਈ ਹੋਰ ਆ ਨਹੀਂ ਰਿਹਾ। ਬਸ ਲੈ ਦੇ ਕੇ ਦਿੱਲੀ ਵਿੱਚ ਉਹੀ 2 ਹੈਗੇ ਆ, ਇੱਕ ਰਵੀ ਹੈ ਤੇ ਇੱਕ ਗੁਰਦੀਪ ਸੇਹਰਾ ਹੈ। ਤੇ ਹਾਲਾਂਕਿ ਪਿਛਲੇ ਦਿਨੀ ਮੈਂ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹਾਂਗਾ, ਪਿਛਲੇ ਦਿਨੀ
ਪੰਜਾਬੀ ਅਕੈਡਮੀ ਦੀ ਹੀ ਇੱਕ ਜ਼ੂਮ ਮੀਟਿੰਗ ਵਿੱਚ ਅਸੀਂ ਗੱਲ ਕੀਤੀ ਸੀ। ਮੈਂ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਸੀ, ਜਿਹੜੇ ਸੈਕਟਰੀ ਸਨ ਉਸਦੇ, ਉਹਨਾਂ ਨਾਲ ਗੱਲ ਕੀਤੀ ਸੀ ਕਿ ਜਿਹੜੇ ਪਿਛਲੇ 3-4 ਸਾਲਾਂ ਦੇ ਵਿੱਚ, 5-6 ਸਾਲਾਂ ਦੇ ਵਿੱਚ ਬੱਚਿਆਂ ਦੀਆਂ ਪ੍ਰੋਡਕਸ਼ਨਾਂ ਲਗਾਤਾਰ ਕਰ ਰਹੇ ਨੇ, ਔਰ ਉਹ ਪੰਜਾਬੀ ਅਕੈਡਮੀ ਵਾਸਤੇ ਬੱਚਿਆਂ ਦਾ ਕੰਮ ਕਰ ਰਹੇ ਨੇ, ਲੇਕਿਨ ਬਾਹਰ ਆ ਕੇ ਉਹ ਪਰਸਨਲੀ ਆਪਣੀ ਪ੍ਰੋਡਕਸ਼ਨਾਂ ਕਰ ਰਹੇ ਨੇ, ਜਿਹਦੇ ਵਿੱਚ ਪੰਜਾਬੀ ਵੀ, ਹਿੰਦੀ ਜ਼ਿਆਦਾ, ਉਰਦੂ ਤੇ ਜ਼ਿਆਦਾ ਕੰਮ ਕਰ ਰਹੇ ਨੇ ਭਲੇ ਹੀ, ਲੇਕਿਨ ਉਹ ਪੰਜਾਬੀ ਹੈਗੇ ਨੇ। ਤੇ ਤੁਸੀਂ ਕਿਵੇਂ ਕਹਿੰਦੇ ਹੋ ਕਿ ਦਿੱਲੀ ਵਿੱਚ ਪੰਜਾਬੀ ਡਾਇਰੈਕਟਰ ਨਹੀਂ ਹੈਗੇ? ਇਹ ਹੈਗੇ ਨਾ, ਇਹਨਾਂ ਨੂੰ ਕੰਮ ਦਿਓ। ਉਹਨਾਂ ਦੀ ਮੈਂ ਮੀਟਿੰਗ ਕਰਵਾਈ ਇੱਕ ਸਾਰੇ ਡਾਇਰੈਕਟਰਸ ਦੀ, ਤੇ ਉਹ ਹੁਣ ਵਾਅਦਾ ਤਾਂ ਸੀਗਾ ਕਿ ਹੁਣ ਇਹਨਾਂ ਨੂੰ ਕੰਮ ਦਿਆਂਗੇ, ਲੇਕਿਨ ਦੇਖੋ ਹੁਣ ਅੱਗੋਂ ਕੀ ਮਾਹੌਲ ਬਣਦਾ ਹੈਗਾ। ਤੇ ਉਹ ਉਹਦੇ ਵਾਸਤੇ ਮੈਂ ਕਹਿੰਦਾ ਕਿ ਗੌਰਵ ਗਰੋਵਰ ਹੈਗਾ, ਬੜਾ ਕਾਬਿਲ ਮੁੰਡਾ ਹੈ, ਮਦਨ ਡੋਗਰਾ ਹੈਗੇ ਨੇ, ਅਤੁਲ ਜੱਸੀ ਹੈਗਾ, ਜਿਹੜੇ ਇਹ ਲੋਕ ਮਤਲਬ ਇੱਥੋਂ ਦੀ ਸ਼੍ਰੀ ਰਾਮ ਰੈਪਰਟਰੀ ਤੋਂ ਜਾਂ ਇਧਰ ਉਧਰੋਂ ਡਿਪਲੋਮੇ ਕਰਕੇ ਆਏ ਹੋਏ ਨੇ। ਅਜੇ ਸੇਠੀ ਹੈਗਾ, ਉਹ ਇਹ ਬਹੁਤ ਡਾਇਰੈਕਟਰ ਹੈਗੇ ਨੇ ਦਿੱਲੀ ਵਿੱਚ। ਪੰਜਾਬੀ ਅਕੈਡਮੀ ਦਾ ਤਾਂ ਕਰ ਰਿਹਾ, ਪੰਜਾਬੀ ਅਕੈਡਮੀ ਦੀ ਬੜੀ ਕੰਟਰੀਬਿਊਸ਼ਨ ਹੈ ਕਿ ਬਹੁਤ ਵੱਡੇ ਵੱਡੇ ਫੈਸਟੀਵਲ ਕੀਤੇ ਆ ਪੰਜਾਬੀ ਅਕੈਡਮੀ ਨੇ, ਔਰ ਦਿੱਲੀ ਦੇ ਵਿੱਚ ਬੜੀ ਉਹਨਾਂ ਨੇ ਸਕੂਲਾਂ ਕਾਲਜਾਂ ਵਿੱਚ ਵੀ ਸ਼ੋਜ਼ ਕਰਵਾਏ ਆ। ਮੈਂ ਖੁਦ ਜਾ ਕੇ ਕਰਦਾ ਰਿਹਾ ਵਾਂ, ਔਰ ਉਹਨਾਂ ਨੇ ਬਹੁਤ ਵੱਡੇ ਆਡੀਟੋਰੀਅਮਸ ਦੇ ਵਿੱਚ ਪੰਜਾਬ ਦੀਆਂ ਟੀਮਾਂ ਨੂੰ, ਦਿੱਲੀ ਦੀਆਂ ਟੀਮਾਂ ਨੂੰ ਬੁਲਾ ਕੇ ਉਹਨਾਂ ਦੇ ਫੈਸਟੀਵਲ ਕਰਵਾਏ, ਕਿਸੇ ਇੱਕ ਡਾਇਰੈਕਟਰ ਨੂੰ ਲੈ ਕੇ ਉਹਦੇ ਫੈਸਟੀਵਲ ਕਰਵਾਏ, ਬਹੁਤ ਯਾਨੀ ਪ੍ਰੋਮੀਨੈਂਟ ਡਾਇਰੈਕਟਰਾਂ ਦੇ ਫੈਸਟੀਵਲ ਕਰਵਾਏ। ਸੋ ਇਹ ਬਿਲਕੁਲ ਇਹ ਜਿਹੜਾ ਇਹ ਪਰ ਕੰਮ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਰੁਕ ਗਿਆ, ਵੀ ਉਸ ਤਰ੍ਹਾਂ ਦੇ ਫੈਸਟੀਵਲ ਉਹ ਸਾਰੇ ਬੰਦ ਹੋ ਗਏ ਜਿਹੜੇ ਪਹਿਲਾਂ ਹੁੰਦੇ ਸੀ। ਮੈਂ ਤੁਹਾਨੂੰ ਦੱਸਿਆ ਨਾ, ਇਹ ਜਿਹੜਾ ਕੰਮ ਹੈ ਇਹ ਰਾਜਨੀਤਿਕ ਉਥਲ ਪੁਥਲ ਕਾਰਨ ਮਤਲਬ ਉਹਦਾ ਅਸਰ ਪਿਆ ਹੈਗਾ, ਉਹਦਾ ਅਸਰ ਪਿਆ, ਇਹ ਪੱਕੀ ਗੱਲ ਹੈਗੀ ਹੈ। ਹਾਂ, ਅਦਰਵਾਈਜ਼ ਤੇ ਕੰਮ ਚੱਲ ਹੀ ਰਹੇ ਸਨ। ਅਦਰਵਾਈਜ਼ ਡਾਕਟਰ ਰਵੇਲ ਸਿੰਘ ਪਹਿਲੇ ਹੈਗੇ ਸਨ, ਉਹਨਾਂ ਨੇ ਬੰਬਈ ਤੋਂ ਵੀ ਡਾਇਰੈਕਟਰ ਲਿਆ ਕੇ ਕੰਮ ਕੀਤੇ, NSD ਦੇ ਸਾਰੇ ਲੋਕਾਂ ਨਾਲ, ਪੰਜਾਬ ਦੇ ਲੋਕਾਂ ਨਾਲ ਕੰਮ ਕੀਤੇ, ਦਿੱਲੀ ਦੇ ਵੀ ਲੋਕਾਂ ਨਾਲ ਕੰਮ ਕੀਤੇ। ਤੇ ਬਾਅਦ ਵਿੱਚ ਆਪਣਾ ਗੁਰਪ੍ਰੀਤ ਸਿੰਘ ਆਏ, ਇਹਨਾਂ ਨੇ ਵੀ ਮਤਲਬ ਕੰਮ ਕੀਤੇ, ਇਹਨਾਂ ਨੇ ਵੀ ਫੈਸਟੀਵਲ ਕਰਵਾਇਆ ਜਾਂ ਬਾਹਰ ਦੇ ਲੋਕਾਂ ਨੂੰ ਲਿਆ ਕੇ ਇੱਥੇ ਕੰਮ ਕਰਵਾਇਆ, ਦਿੱਲੀ ਦੇ ਲੋਕਾਂ ਨੂੰ ਕੰਮ ਦਿੱਤਾ। ਲੇਕਿਨ ਉਹੀ ਗੱਲ ਹੈ ਨਾ, ਰਾਜਨੀਤਿਕ ਉਥਲ ਪੁਥਲ ਦੇ ਕਾਰਨ ਉਹ ਮਜਬੂਰ, ਮੈਨੂੰ ਲੱਗਦਾ ਉਹ ਵੀ ਹੋ ਜਾਂਦੇ ਨੇ, ਇਹ ਕਾਰਨ ਰਿਹਾ ਹੈਗਾ। ਸਥਿਰਤਾ ਆਵੇ, ਰਾਜਨੀਤਿਕ ਸਥਿਰਤਾ ਆਵੇ, ਤਾਂ ਮੈਨੂੰ ਲੱਗਦਾ ਕਿ ਦਿੱਲੀ ਵਿੱਚ ਫਿਰ ਚੰਗਾ ਕੰਮ ਹੋਏਗਾ। ਜਿਵੇਂ ਕਿ ਇੱਕ ਬਹੁਤ ਵਧੀਆ ਆਈਡੀਆ ਸੀਗਾ ਚਰਨਦਾਸ ਸਿੱਧੂ ਜੀ ਨੇ ਜਿਹੜਾ ਦਿੱਤਾ ਸੀਗਾ ਸ਼ੀਲਾ ਭਾਟੀਆ ਜੀ ਨੂੰ, ਔਰ ਦਿੱਲੀ ਪੰਜਾਬੀ ਵਿੱਚ, ਪੰਜਾਬੀ ਅਕੈਡਮੀ ਵਿੱਚ ਪੰਜਾਬੀ ਥੀਏਟਰ ਵਾਸਤੇ ਇੱਕ ਰੈਪਰਟਰੀ ਬਣਾਈ ਜਾਣ ਦੀ ਗੱਲ ਕੀਤੀ ਸੀਗੀ। ਹਾਲਾਂਕਿ ਉਹ ਰੈਪਰਟਰੀ ਸ਼ੁਰੂ ਹੋਈ ਵੀ ਸੀ, ਉਹਦੇ ਵਿੱਚ ਜ਼ਰਾ ਜਿਹਾ ਕੰਮ ਹੋਇਆ ਸੀਗਾ, ਲੇਕਿਨ ਉਹ ਫਿਰ ਬਸ ਉਹਦੇ ਬਾਰੇ ਇਸਬਗੋਲ ਤੇ ਕੁਝ ਨਾ ਫੋਲ ਵਾਲੀ ਗੱਲ ਹੈਗੀ ਹੈ। ਲੇਕਿਨ ਮੈਨੂੰ ਲੱਗਦਾ ਕਿ ਹੁਣ ਅਗਰ ਦੁਬਾਰਾ ਸਥਿਰਤਾ ਥੋੜੀ ਜਿਹੀ ਆਵੇ ਤਾਂ ਦੁਬਾਰਾ ਇਹ ਕੰਮ ਸ਼ੁਰੂ ਹੋ ਸਕਦਾ ਹੈ। ਦਿੱਲੀ ਵਿੱਚ ਲੋਕਾਂ ਨੂੰ ਪੰਜਾਬੀ ਨਾਟਕਾਂ ਦੇ ਜ਼ਰੀਏ ਤਿਆਰ ਕੀਤਾ ਜਾ ਸਕਦਾ ਹੈ। ਇਹਦੇ ਨਾਲ ਕੀ ਹੈ ਕਿ ਪੰਜਾਬੀ ਆਰਟਿਸਟ ਵੀ ਤਿਆਰ ਹੋਣਗੇ ਤੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਵੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ ਮੈਂ ਤਾਂ ਹੀ ਤੁਹਾਡੇ ਕੋਲੋਂ ਤੁਹਾਡੀ ਜਿਹੜੀ ਜਰਨੀ ਹੈ ਸਾਰੀ ਇਸੇ ਲਈ ਸੁਣ ਰਿਹਾ ਸੀਗਾ। ਤੇ ਸਾਡੇ ਨਾਲ ਅੱਛਾ, ਮੈਂ ਸੌਰੀ, ਹਾਂ, ਮੇਰੇ ਨਾ ਇੱਥੇ ਜਸਪਾਲ ਦਿਓਲ ਬੈਠੇ ਨੇ। ਜਸਪਾਲ ਦਿਓਲ ਮੇਰੇ ਇੱਕ ਅਜ਼ੀਜ਼ ਮਿੱਤਰ ਹੈਗੇ ਨੇ, ਤੁਸੀਂ ਜਾਣਦੇ ਹੀ ਹੋ, ਸਰਬਜੀਤ ਸਿੰਘ ਅਰੋੜਾ ਜਿਹੜਾ ਕੈਨੇਡਾ ਵਿੱਚ ਹੈ। ਹਾਂ, ਤੇ ਸਰਬਜੀਤ ਸਿੰਘ ਨੇ ਇੱਕ ਨਾਟਕ ਕੀਤਾ ਸੀਗਾ, ਉਹਦੇ ਵਿੱਚ ਮੋਨੋਲੌਗ ਸੀਗਾ, ਮੇਰਾ ਖਿਆਲ ਹੈ ਜਸ ਦਿਓਲ ਨੇ ਕੀਤਾ ਸੀ। ਕਿਆ ਕਮਾਲ ਦੀ ਐਕਟਿੰਗ ਸੀ, ਮਤਲਬ ਮੈਂ ਉਸੇ ਟਾਈਮ ਦਾ ਕਾਇਲ ਹਾਂ, ਮਤਲਬ ਜਸਪਾਲ ਦੀ ਐਕਟਿੰਗ ਦਾ। ਰੀਅਲੀ ਬਹੁਤ ਅੱਛੀ ਐਕਟਰਸ ਨੇ। ਪਤਾ ਨਹੀਂ ਕਿਉਂ ਇਹਨਾਂ ਨੇ ਅੱਗੇ ਕੰਮ ਨਹੀਂ ਕੀਤੇ, ਜਾਂ ਕੰਮ ਚੁਣਨ ਵਿੱਚ ਬਹੁਤ ਹੀ ਜ਼ਿਆਦਾ ਲੇਜ਼ੀ ਰਹੇ ਨੇ, ਚੂਜ਼ੀ ਰਹੇ ਨੇ, ਮੈਨੂੰ ਨਹੀਂ ਪਤਾ। ਲੇਕਿਨ ਮੈਨੂੰ ਲੱਗਦਾ ਸੀ ਕਿ ਇਹਨਾਂ ਨੂੰ ਬਹੁਤ ਵਧੀਆ ਕੰਮ ਕਰਨੇ ਚਾਹੀਦੇ ਸੀ। ਕਈ ਵਾਰੀ ਕੀ ਹੁੰਦਾ ਕਿ ਆਰਟਿਸਟ ਆਪਣੇ ਅੰਦਰ ਦੀ ਗੱਲ ਸੁਣਦਾ ਤੇ ਉਹਨੂੰ ਕਈ ਚੀਜ਼ਾਂ ਨਹੀਂ ਪਸੰਦ ਆਉਂਦੀਆਂ ਤੇ ਉਹ ਛੱਡਦਾ ਜਾਂਦਾ। ਮੈਨੂੰ ਲੱਗਦਾ ਕੁਝ ਇਸ ਤਰ੍ਹਾਂ ਦਾ ਹਿਸਾਬ ਹੋਣਾ। ਅਦਰਵਾਈਜ਼ ਤੇ ਇਹਨਾਂ ਦਾ ਟੈਲੈਂਟ ਹੋਏ ਕਮਾਲ ਹੈ। ਬਿਲਕੁਲ ਬਿਲਕੁਲ। ਜਸਪਾਲ ਦਿਓਲ ਕਿਉਂਕਿ ਉਹ ਨੌਕਰੀ ਕਰਨ ਲੱਗ ਪਈ, ਕੁੜੀ ਹੈ ਉੱਤੋਂ ਹੈਡ ਬਣ ਗਈ ਡਿਪਾਰਟਮੈਂਟ ਦੀ, ਤੇ ਜ਼ਿੰਮੇਵਾਰੀਆਂ ਵੱਧ ਗਈਆਂ ਉਧਰੋਂ। ਜੀ ਤੇ ਬਹੁਤ ਬਿਲਕੁਲ ਸਾਰੀਆਂ ਬਿਲਕੁਲ ਜ਼ਿੰਮੇਵਾਰੀਆਂ ਇਸ ਵੇਲੇ ਉਹਦੇ ਕੋਲ। ਕੇਵਲ ਭਾਜੀ ਨੇ ਸਾਰਿਆਂ ਨੂੰ ਰੋਲ ਦਿੱਤਾ, ਮੈਨੂੰ ਨਹੀਂ ਕੋਈ ਵੀ ਐਕਟਿੰਗ ਦਾ ਰੋਲ ਦਿੱਤਾ। ਸੋ ਜਦੋਂ ਦੇਣਗੇ
ਹੈਡਸ਼ਿਪ ਛੱਡ ਕੇ ਅੰਮ੍ਰਿਤਸਰ ਆ ਜਾਊਂਗੀ। ਲੋ ਮੈਨੂੰ ਕੀ ਪਤਾ ਨਹੀਂ, ਨਹੀਂ, ਕੁੜੀਆਂ ਤੂੰ ਇਸ ਗੱਲੋਂ ਨਾਰਾਜ਼ ਬੈਠੀ ਹੈ, ਲੈ ਆ ਲੋਕਡਾਊਨ ਖੋਲ ਲੈਣ ਦੇ, ਮੈਂ ਤੈਨੂੰ ਬੁਲਾ ਲੈਣਾ ਇਹਦੇ ਵਾਸਤੇ। ਹਾਂ ਮੈਂ ਹੈਡਸ਼ਿਪ ਛੱਡ ਕੇ ਸਾਰਾ ਕੁਝ ਛੱਡ ਕੇ ਉੱਥੇ ਆ ਜਾਊਂਗੀ। क्या बात है, क्या बात है जी। केवल जी लॉकडाउन में भी काम हो रहे हैं। हाँ हाँ बिल्कुल बिल्कुल हाँ हाँ नहीं नहीं मैं बिल्कुल बहुत अच्छे रोल वास्ते मैं जसपाल नूं बुलावांगा और जरूर। केवल जी गुरदीप जसपाल को पूछ रहे। हाँ जी हाँ जी हाँ जी गुरशरण जी का जिक्र कीता सी कि तुसी उन्हां नाल बतौर एक्टर काम कीता सी, मैनूं दस्सोगे प्लीज? भाजी गुरशरण दे नाल तुसी काम कीता सी ते बतौर एक्टर कीता सी, किहड़े नाटक च कीता सी, ये माड़ा जिहा दस दोगे? हाँ मैं दसदा वां। एक्चुअली 1986 ਦੀ ਹੀ ਗੱਲ ਹੈਗੀ ਹੈ, ਸੌਰੀ 1987 ਦੀ ਹੀ ਗੱਲ ਹੈਗੀ ਹੈ, ਜਦੋਂ ਭਾਜੀ ਇੱਥੇ ਦਿੱਲੀ ਵਿੱਚ ਆਪਣਾ ਗਰੁੱਪ ਲੈ ਕੇ ਨਾ ਤੇ ਨੁੱਕੜ ਨਾਟਕ ਕਰਦੇ ਸਨ ਜਗ੍ਹਾ ਜਗ੍ਹਾ ਤੇ ਮੈਂ ਉਸ ਟਾਈਮ ਫਿਰ ਭਾਜੀ ਨਾਲ ਜੁੜਿਆ ਸੀਗਾ, ਉਹਨਾਂ ਦੇ ਨਾਲ ਨੁੱਕੜ ਨਾਟਕ ਵੀ ਕੀਤੇ ਮੈਂ। ਪਤਾ ਨਹੀਂ ਉਹ ਗੁਰਦੀਪ ਉਹ ਥੋੜਾ ਜਿਹਾ ਇਸ ਤੋਂ ਲੇਟ ਸੀਗੀ ਗੱਲ, 86 87 ਨਹੀਂ ਸੀ, 88 99 ਦੀ ਗੱਲ ਸੀਗੀ। ਔਰ ਉਦੋਂ ਕਿਉਂਕਿ ਮੈਂ ਵੀ ਉਦੋਂ ਸਾਰੇ ਆਪਾਂ ਉਹਦੇ ਚ ਗੁਰਪ੍ਰੀਤ ਘੁੱਗੀ ਵੀ ਸੀ ਉਸ ਟੀਮ ਦੇ ਵਿੱਚ, ਹੋਰ ਸੁਖਦੇਵ ਪ੍ਰੀਤ ਘੁੱਗੀ ਵੀ ਸੀ, ਹੈ ਨਾ, ਤੁਹਾਨੂੰ ਯਾਦ ਹੈ? ਉਹ ਮੇਰੇ ਕੋਲ ਜਸ ਵੀ ਸੀਗਾ, ਜਸ ਵੀ ਸੀ ਉਹਦੇ ਵਿੱਚ। ਅਸੀਂ ਸਾਰੇ ਨਾਟਕ ਦਾ ਨਾਮ ਉਹਦੇ ਵਿੱਚ ਇੱਕ ਨਾਟਕ ਹੈਗਾ ਸੀ ਹਰ ਇੱਕ ਨੂੰ ਜੀਣ ਦਾ ਹੱਕ ਚਾਹੀਦਾ, ਇਹ ਪੂਰਾ ਮੈਨੂੰ ਯਾਦ ਹੈ। ਮੈਨੂੰ ਉਹ ਯਾਦ ਨਹੀਂ, ਨਾਮ ਨਹੀਂ ਯਾਦ। ਔਰ ਦੋ ਨਾਟਕ ਪੰਜਾਬ ਸਮੱਸਿਆ ਵਾਲੇ ਨਾਟਕ ਸੀਗੇ, ਇੱਕ ਸੀ ਕੋਲਾਜ ਤੇਰਾ ਨਾਂ ਪੰਜਾਬ, ਹਾਂ ਇੱਕ ਕੋਈ ਹੋਰ ਨਾਟਕ, ਤਿੰਨ ਨਾਟਕ ਸੀਗੇ ਜਿਹੜੇ ਅਸੀਂ ਇਹ ਭਾਜੀ ਨੂੰ ਪੰਜਾਬੀ ਅਕੈਡਮੀ ਨੇ ਉੱਥੇ ਹੀ 3 ਦਿਨ ਦਾ ਫੈਸਟੀਵਲ ਕਰਵਾਇਆ ਸੀ, ਕੁਝ ਨੁੱਕੜ ਨਾਟਕ ਕਰਵਾਏ ਸੀ, ਔਰ ਉਹ ਭਾਜੀ ਨੇ ਫਿਰ ਉੱਥੇ ਦਿੱਲੀ ਰਹਿ ਕੇ ਇਹ ਤਿਆਰ ਕੀਤੇ ਸੀ। ਉਦੋਂ ਮੈਂ NSD ਪੜ੍ਹਦਾ ਸੀ, ਮੈਂ ਵੀ ਉਹਦੇ ਵਿੱਚ NSD ਦੀ ਛੁੱਟੀ ਹੋਣ ਤੋਂ ਬਾਅਦ ਵਿੱਚ ਜਾ ਕੇ ਪਾਰਟਿਸਿਪੇਟ ਕਰਦਾ ਸੀਗਾ। ਬਿਲਕੁਲ ਬਿਲਕੁਲ। ਇਹ ਗੁਰਦੀਪ ਸੇਰਾ ਉਦੋਂ ਉੱਥੇ ਦਿੱਲੀ ਵਾਲੇ ਉਸ ਇੱਕ ਚੰਕ ਵਿੱਚ ਭਾਜੀ ਨਾਲ ਜੁੜੇ ਸੀ, ਐਕਟਰ ਦੇ ਤੌਰ ਤੇ। ਫਿਰ ਨਹੀਂ, ਉਸ ਤੋਂ ਬਾਅਦ ਫਿਰ ਭਾਜੀ ਨੇ ਜਦੋਂ ਸੀਰੀਅਲ ਬਣਾਇਆ ਸੀਗਾ ਤੇ ਸੀਰੀਅਲ ਵਿੱਚ ਉਹਨਾਂ ਨੇ ਮੈਨੂੰ ਰੋਲ ਦਿੱਤਾ ਸੀਗਾ, ਫਿਰ ਉਹਨਾਂ ਦੇ 2 ਐਪੀਸੋਡ 'ਚ ਮੈਂ ਰੋਲ ਕੀਤਾ ਸੀਗਾ। ਭਾਜੀ ਦੀ ਚਿੱਠੀ ਅੱਜ ਵੀ ਮੇਰੇ ਕੋਲ ਬਰਕਰਾਰ ਹੈਗੀ ਹੈ, ਲਿਖੀ ਹੋਈ, ਜਦੋਂ ਉਹਨਾਂ ਨੇ ਲਿਖਿਆ ਸੀ, ਪਿਆਰੇ ਸੇਰਾ ਜੀਓ, ਅਸੀਂ ਇੱਕ ਸੀਰੀਅਲ ਬਣਾ ਰਹੇ ਹਾਂ, ਉਹਦੇ ਤੁਹਾਨੂੰ ਇੰਨੇ ਦਿਨ ਦਾ ਕੰਮ ਦਿੱਤਾ ਜਾਏਗਾ ਔਰ ਇੰਨੇ ਰੁਪਏ ਰੋਜ਼ ਦੇ ਦਿੱਤੇ ਜਾਣਗੇ। ਉਹ ਮੇਰੇ ਕੋਲ ਚਿੱਠੀ ਅੱਜ ਵੀ ਪਈ ਹੈ, ਮੇਰੇ ਵਾਸਤੇ ਬੜਾ ਵੱਡਾ ਸਰਮਾਇਆ ਹੈ। ਗੁਰਦੀਪ ਉਹਦੀ ਫੋਟੋ ਖਿੱਚ ਕੇ ਮੈਨੂੰ ਜ਼ਰੂਰ ਭੇਜੀ, ਭਾਜੀ ਦੇ ਕਿਸੇ ਰਿਕਾਰਡ ਵਿੱਚ ਛਾਪਾਂਗੇ, ਉਹ ਬਹੁਤ ਅੱਛੀ ਗੱਲ ਹੈ ਕਿ ਭਾਜੀ ਦੀ ਬਿਲਕੁਲ ਬੜੀ ਇਮਾਨਦਾਰੀ, ਬਿਲਕੁਲ ਭਾਜੀ ਦੀ ਇਮਾਨਦਾਰੀ, ਭਾਜੀ ਦੀ ਜਿਹੜੀ ਪ੍ਰਤੀਬੱਧਤਾ, ਭਾਜੀ ਦੀ ਕਿ ਕਿਵੇਂ ਕਲੈਰਿਟੀ ਸੀ ਕਿ ਮੈਂ ਇੰਨੇ ਪੈਸੇ ਦੇਣੇ, ਇੰਨੇ ਦਿਨ ਦਾ ਕੰਮ ਹੈ, ਇਹ ਤੁਸੀਂ ਇਹ ਕੰਮ ਕਰਨਾ, ਬਹੁਤ ਕਲੀਅਰ ਸੀ ਭਾਜੀ। ਇਹ ਬਹੁਤ ਵੱਡੀ ਗੱਲ ਸੀ ਸਿੱਖਣ ਵਾਲੀ। ਉਹ ਨਾ ਕੇਵਲ ਭਾਜੀ, ਮੈਂ ਤੁਹਾਨੂੰ ਕੇਵਲ ਜੀ ਇੱਕ ਜਸਪਾਲ ਕੁਝ ਕਹਿ ਰਹੇ। ਹਾਂਜੀ ਦੀਪ ਜੀ ਬੈਠੇ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨੀ ਹੈ। ਮੇਰੇ ਵੈਸੇ ਮਨ ਚ ਬਹੁਤ ਦੇਰ ਦੀ ਹੈ, ਕਿਉਂਕਿ ਜਦੋਂ ਮੈਂ ਨਾਟਕ ਲੈ ਕੇ ਇੱਧਰ ਉੱਧਰ ਗਈ ਸੀ ਤਾਂ ਮੇਰੇ ਮਨ ਚ ਇੱਕ ਫੀਲਿੰਗ ਆਈ ਸੀ ਕਿ ਦਿੱਲੀ ਅਸੀਂ ਸ਼ਾਇਦ ਅਪਰੋਚ ਕਰ ਸਕਦੇ ਹਾਂ, ਜੇ ਤੁਸੀਂ ਲੀਡ ਕਰੋ ਕੇਵਲ ਭਾਜੀ, ਜੇ ਤੁਸੀਂ ਲੀਡ ਕਰੋ ਤਾਂ ਅਸੀਂ ਕੁਝ ਲੋਕ ਮਿਲ ਕੇ ਜਿਹੜੇ ਦਿੱਲੀ ਦੇ ਵਿੱਚ ਬਹੁਤ ਮਿਲੀਅਨਰ ਪੰਜਾਬੀ ਬੈਠੇ ਨੇ, ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਇੱਕ ਆਡੀਟੋਰੀਅਮ ਪੰਜਾਬੀਆਂ ਦਾ ਹੋਣਾ ਚਾਹੀਦਾ। ਜੇ ਤੁਸੀਂ ਲੀਡ ਕਰੋ ਤਾਂ ਸ਼ਾਇਦ ਅਸੀਂ ਇਹ ਦਿੱਲੀ 'ਚ ਘੱਟੋ ਘੱਟ ਕਰ ਸਕਦੇ ਹਾਂ, ਕਿਉਂਕਿ ਸਾਰੀਆਂ ਕਮਿਊਨਿਟੀਜ਼ ਭਾਜੀ, ਬੰਗਾਲੀਜ਼ ਜਿੱਥੇ ਵੀ ਜਾਂਦੇ ਨੇ, ਸਾਰੇ ਆਪਣਾ ਇੱਕ ਨਾਟਕ ਹਾਲ ਬਣਾਉਂਦੇ ਨੇ, ਤੇ ਮਾੜਾ ਜਿਹਾ ਇਸ ਬਾਰੇ ਆਪਾਂ ਸੋਚਿਆ ਜਾ ਸਕਦਾ। ਜੇ ਤੁਸੀਂ ਇਹ ਬਹੁਤ ਅੱਛਾ ਜਸਪਾਲ, ਬਹੁਤ ਅੱਛਾ ਆਈਡੀਆ, ਥੈਂਕ ਯੂ ਬਾਈ ਆਈਡੀਆ ਲਈ। ਤੁਸੀਂ ਲੀਡ ਕਰੋ ਤੇ ਅਸੀਂ ਤੁਹਾਡੇ ਨਾਲ ਜੱਜ ਜਾਵਾਂਗੇ, ਆਪਾਂ ਸਾਰਿਆਂ ਨੂੰ ਮਿਲ ਲਾਂਗੇ ਪਰਸਨਲੀ। ਬਿਲਕੁਲ, ਇਹ ਬਹੁਤ ਵੱਡੀ ਗੱਲ ਹੈਗੀ ਹੈ, ਬਹੁਤ ਅੱਛੀ ਗੱਲ ਹੈ। ਇਹ ਜ਼ਰੂਰ ਦਿੱਲੀ ਵਿੱਚ ਹੋਣਾ ਚਾਹੀਦਾ ਕਿ ਬਹੁਤ ਸਾਰੇ ਕਮਿਊਨਿਟੀਜ਼ ਨੇ ਆਪਣੇ ਆਪਣੇ ਆਡੀਟੋਰੀਅਮ, ਬਹੁਤ ਕੁਝ ਬਣਾਇਆ ਹੋਇਆ, ਤੇ ਪੰਜਾਬੀ ਤੇ ਅੱਧੀ ਦਿੱਲੀ ਪੰਜਾਬੀਆਂ ਦੇ ਕੋਲ ਹੈ, ਅੱਧੀ ਤੋਂ ਜ਼ਿਆਦਾ ਹੀ ਦਿੱਲੀ ਪੰਜਾਬੀਆਂ ਕੋਲ ਹੈ। ਔਰ ਕੇਵਲ ਹਕੂਮਤਾਂ ਦੇ ਵਿੱਚ ਵੀ ਨੇ ਪੰਜਾਬੀ ਅਕੈਡਮੀ ਹੈ, ਤੇ ਮੇਰੇ ਖਿਆਲ ਆਪਣਾ ਆਡੀਟੋਰੀਅਮ ਤੋਂ ਹੋਣਾ ਚਾਹੀਦਾ। ਕੇਵਲ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ। ਖੈਰ ਮੈਂ ਇਸ ਤੋਂ ਪਹਿਲੇ ਤੁਹਾਨੂੰ ਕਹਾਂ ਕਿ ਉਹ ਭਾਜੀ ਦੀ ਜਿਹੜੀ ਚਿੱਠੀ ਹੈ ਉਹ ਤੇ ਮੈਂ ਦੇਣ ਨੂੰ ਤਿਆਰ ਹਾਂ, ਫੋਟੋ ਕਾਪੀ ਮੈਂ ਰੱਖ ਲਾਂਗਾ, ਚਿੱਠੀ ਦੇਣ ਨੂੰ ਤਿਆਰ ਹਾਂ। ਅਗਰ ਉਹਨਾਂ ਦਾ ਕੋਈ ਮਿਊਜ਼ੀਅਮ ਜਾਂ ਕੋਈ ਇਸ ਤਰ੍ਹਾਂ ਦਾ ਬਣਾਇਆ ਜਿਹੜਾ ਮੈਂ ਸੁਣਿਆ
ਉਹਦੇ ਵਿੱਚ ਮੈਂ ਦੇਣ ਨੂੰ ਤਿਆਰ ਹਾਂ ਭਾਜੀ ਦੀ ਉਹ ਚਿੱਠੀ। ਅੱਛਾ, ਬਿਲਕੁਲ, ਦੂਜੀ ਗੱਲ ਮੈਂ ਕਰਨੀ ਹੈ, ਦੂਜੀ ਗੱਲ ਮੈਂ ਕਰਨੀ ਹੈ। ਭਾਜੀ ਨੂੰ ਦੇ ਦਿਓ। ਹਾਂਜੀ, ਕਿਹਨੂੰ? ਦੀਪ, ਸਾਡੇ ਕੋਲ ਨਾ ਅਸੀਂ ਅੰਮ੍ਰਿਤਸਰ ਚ ਵਿਰਸਾ ਵਿਹਾਰ ਚ ਇੱਕ ਗੁਰਸ਼ਰਨ ਸਿੰਘ ਭਵਨ ਜਿਹੜਾ ਬਣਾਇਆ ਨਾ, ਤੁਸੀਂ ਆਓਗੇ ਤੁਹਾਨੂੰ ਹਾਂਜੀ ਦਿਖਾਵਾਂਗੇ। ਹਾਂਜੀ ਉਹਦੇ ਵਿੱਚ ਹੁਣ ਸਾਰੀਆਂ ਭਾਜੀ ਦੀਆਂ ਤਸਵੀਰਾਂ, ਉਹਨਾਂ ਦੇ ਹੈਂਡ ਰਾਈਟਿੰਗ ਸਾਰੀਆਂ ਭਾਜੀ ਦੀਆਂ ਮੇਰੇ ਕੋਲ ਪਈਆਂ, ਓਰੀਜਨਲ ਸਕ੍ਰਿਪਟਾਂ ਜਿਹੜੀਆਂ ਭਾਜੀ ਦੀਆਂ, ਤੇ ਉਹ ਸਾਰਾ ਕੁਝ ਹੈਗਾ। ਹੁਣ ਅਸੀਂ ਉੱਥੇ ਉਹ ਡਿਸਪਲੇ ਸਾਰਾ ਕਰ ਰਹੇ ਹਾਂ, ਤਾਂ ਹੀ ਮੈਂ ਚਲੋ ਕਿਹਾ ਠੀਕ ਹੈ। ਸਾਡੀ ਚਿੱਠੀ ਵੀ ਅਸੀਂ ਮੜਾ ਕੇ ਉਹਦੇ ਵਿੱਚ ਤੇ ਉਹ ਡਿਸਪਲੇ ਕਰਾਂਗੇ ਜ਼ਰੂਰ। ਚਲੋ, ਮੈਂ ਅਗਲੇ ਹਫਤੇ ਆਉਣਾ ਹੈ ਤੇ ਮੈਂ ਤੁਹਾਨੂੰ ਦੇ ਦਾਂਗਾ ਬਿਲਕੁਲ ਚਿੱਠੀ। ਬਿਲਕੁਲ, ਲੈ ਕੇ ਆਇਓ। ਅੱਛਾ, ਮੈਂ ਇੱਕ ਖਾਸ ਗੱਲ ਜਿਹੜੀ ਕਰਨੀ ਸੀਗੀ, ਜੀ ਜਿਹੜਾ ਇੱਕ ਮੁੱਦਾ ਰਿਹਾ ਵੇ ਹਮੇਸ਼ਾ ਸਾਡੇ ਨਾਟਕਕਾਰਾਂ ਵਿੱਚ, ਜੀ ਉਹ ਇਹ ਰਿਹਾ ਵੇ ਕਿ ਜਿਵੇਂ ਸਾਡੇ ਦਿੱਲੀ ਵਾਲਿਆਂ ਤੇ ਇਲਜ਼ਾਮ ਲੱਗਦੇ ਹੈਗੇ ਕਿ ਇੱਥੇ ਪੰਜਾਬੀ ਚੰਗੀ ਨਹੀਂ ਬੋਲਦੇ। ਹਾਂਜੀ, ਜਦੋਂ ਡਾਕਟਰ ਰਵੇਲ ਸਿੰਘ ਸੀ ਤਾਂ ਵੀ, ਜਦੋਂ ਗੁਰਪ੍ਰੀਤ ਸਿੰਘ ਸੀ ਤਾਂ ਵੀ, ਮਤਲਬ ਇਹ ਹੀ ਲੱਗਦਾ ਰਿਹਾ ਕਿ ਪੰਜਾਬੀ ਸਹੀ ਨਹੀਂ ਬੋਲਦੇ। ਹੁਣ ਮੈਨੂੰ ਇੱਕ ਗੱਲ ਦੱਸੋ ਜਰਾ, ਅਗਰ ਪੰਜਾਬੀ ਦੀ ਗੱਲ ਆਵੇ ਤੇ ਪੰਜਾਬੀ, ਰਿਚ ਪੰਜਾਬੀ, ਜਿਹੜੀ ਅਸਲ ਵਿੱਚ ਪੰਜਾਬੀ ਕਹੀ ਜਾ ਸਕਦੀ, ਉਹ ਕਿੱਥੇ ਦੀ ਬੋਲੀ ਹੈ? ਔਰ ਕਲਚਰ ਸਿਟੀ ਕਿਹੜੀ? ਉਹ ਲਾਹੌਰ ਹੈ। ਹਾਂ ਹਾਂ, ਹਾਂਜੀ, ਮੈਂ ਨਾ ਤੁਹਾਨੂੰ ਦੱਸਦਾ, ਬਾਕੀ ਮੈਂ ਜੀ ਜੀ ਜੀ, ਮੈਂ ਹਾਂਜੀ ਦੱਸਦਾ, ਮੈਂ ਹਾਂਜੀ ਤੁਹਾਡੀ ਗੱਲ ਸਮਝ ਗਿਆ। ਮੈਂ ਤੁਹਾਨੂੰ ਦੱਸਦਾ, ਜੀ ਇਹ ਨਾ ਇਹ ਥੀਏਟਰ ਦੇ ਮਾਮਲੇ ਦੇ ਵਿੱਚ ਨਾ ਲੈਂਗੁਏਜ ਦਾ, ਜੇਕਰ ਤੁਸੀਂ ਪੰਜਾਬੀ ਦੀ ਗੱਲ ਕਰੋ, ਜਿਹੜੀ ਅਜਮੇਰ ਔਲਖ ਦੇ ਨਾਟਕਕਾਰ ਦੇ, ਉਹਦੀ ਪੰਜਾਬੀ ਹੈ ਮਾਲਵੇ ਵਾਲੀ ਹੈ, ਸੀਡੀ ਹਾਂ, ਸਿੱਧੂ ਦੀ ਬਿਲਕੁਲ ਦੁਆਬੇ ਵਾਲੀ, ਦੁਆਬੇ ਸਾਡੀ ਵਾਲੀ ਹੈ ਮਾਝੇ ਵਾਲੀ ਜਿਹੜੀ ਪੰਜਾਬੀ ਹੈ, ਸਾਰੀ ਜੀ, ਠੇਠ ਪੰਜਾਬੀ ਹੈ, ਅਲੱਗ-ਅਲੱਗ ਤਰ੍ਹਾਂ ਦੀ, ਬਹੁਤ ਕਹਿ ਲੋ ਕਿ ਕੇਂਦਰੀ ਪੰਜਾਬੀ ਨਾ ਹੋ ਕੇ, ਪਰ ਅਲੱਗ-ਅਲੱਗ ਪੰਜਾਬੀ ਜਿਹੜੀ। ਪਰ ਮੈਨੂੰ ਲੱਗਦਾ ਜਿਹੜੀ ਦਿੱਲੀ ਦੀ ਪੰਜਾਬੀ ਹੈ, ਉਹ ਵੀ ਇੱਕ ਪੰਜਾਬੀ ਹੈ, ਉਹਨੂੰ ਉਸੇ ਤਰ੍ਹਾਂ ਹੀ ਐਕਸੈਪਟ ਕੀਤਾ ਜਾਣਾ ਚਾਹੀਦਾ, ਕਿਉਂਕਿ ਉਹ ਉੱਥੋਂ ਦੇ ਲੋਕਾਂ ਦਾ ਇੱਕ ਫਲੇਵਰ ਹੈ ਉਸ ਬੋਲੀ ਦੇ ਵਿੱਚ। ਜਿਵੇਂ ਬਿਲਕੁਲ ਨੀਲਮ ਮਾਨ ਸਿੰਘ ਦੇ ਜਿਹੜੇ ਨਾਟਕਾਂ ਦੀ ਪੰਜਾਬੀ ਹੈ, ਉਹ ਬਿਲਕੁਲ ਡਿਫਰੈਂਟ ਹੈ, ਨਾ ਉਹ ਮਾਝੇ ਦੀ, ਬਿਲਕੁਲ ਨਾ ਮਾਲਵੇ ਦੀ, ਨਾ ਦੁਆਬੇ ਦੀ ਹੈ, ਉਹ ਬਿਲਕੁਲ ਸ਼ਹਿਰੀ ਪੰਜਾਬੀ ਹੈ, ਟਿਪੀਕਲ ਸ਼ਹਿਰੀ, ਔਰ ਸਾਨੂੰ ਉਹਦੇ ਵਿੱਚ ਹੀ ਇੱਕ ਆਨੰਦ ਆਉਂਦਾ ਹੈ ਨੀਲਮ ਮਾਨ ਸਿੰਘ ਬਿਲਕੁਲ ਦੇ ਨਾਟਕਾਂ ਦੀ ਪੰਜਾਬੀ ਜਦੋਂ ਅਸੀਂ ਸੁਣਦੇ ਹਾਂ। ਤੇ ਮੇਰੇ ਖਿਆਲ ਜਿਹੜੇ ਦਿੱਲੀ ਦੇ ਨਾਟਕਾਂ ਦੀ ਪੰਜਾਬੀ ਹੈ, ਉਸ ਨੂੰ ਵੀ ਉਸੇ ਆਨੰਦ ਨਾਲ ਸਾਨੂੰ ਦੇਖਣਾ ਚਾਹੀਦਾ, ਉਸੇ ਤਰ੍ਹਾਂ ਹੀ ਸਾਨੂੰ ਮੰਨਣਾ ਚਾਹੀਦਾ, ਉਸੇ ਤਰ੍ਹਾਂ ਹੀ ਸਾਨੂੰ ਐਕਸੈਪਟ ਕਰਨਾ ਚਾਹੀਦਾ ਕਿ ਦਿੱਲੀ ਦੇ ਲੋਕਾਂ ਦੀ ਪੰਜਾਬੀ ਹੈ, ਔਰ ਇਸ ਪੰਜਾਬੀ ਨੂੰ ਵੀ ਉਹੀ ਮਾਨਤਾ ਦੇਣੀ ਚਾਹੀਦੀ ਹੈ ਜੋ ਦਿੱਲੀ ਦੇ ਲੋਕ ਬੋਲਦੇ ਆ, ਕਿਉਂਕਿ ਸਾਡੀ ਰੂਟੀਨ ਹੈ, ਅਸੀਂ ਰੋਜ਼ ਪੰਜਾਬੀ ਬੋਲਦੇ ਆ, ਔਰ ਪਲ ਪਲ ਤੇ ਹੀ ਜੰਮੀ ਪੰਜਾਬੀ ਵਿੱਚ ਆ। ਉੱਥੇ ਦਿੱਲੀ 'ਚ ਕਈ ਭਾਸ਼ਾਵਾਂ ਦੇ ਵਿੱਚੋਂ ਇੱਕ ਭਾਸ਼ਾ ਪੰਜਾਬੀ ਵੀ ਹੈ ਨਾ, ਇਦਾਂ ਹੈ, ਤੇ ਉਹ ਕਈ ਕੁਝ ਮਿਕਸ ਹੋ ਜਾਂਦਾ ਉਹਦੇ ਵਿੱਚ। ਸੋ ਮੇਰਾ ਖਿਆਲ ਉਹਦਾ ਵੀ ਆਪਣਾ ਇੱਕ ਫਲੇਵਰ ਹੈ, ਸੋ ਉਹ ਫਲੇਵਰ ਨੂੰ ਇਸੇ ਤਰ੍ਹਾਂ ਇੰਜੋਏ ਕਰਨਾ ਚਾਹੀਦਾ, ਇਸ ਲਈ ਉਹਨੂੰ ਕੋਈ ਉਲਾਂਭਨ ਨਹੀਂ ਕਰਨਾ। ਹਾਂ, ਇਹ ਤੁਹਾਡੀ ਵਡਿਆਈ ਹੈ ਜਿਹੜਾ ਤੁਸੀਂ ਇੰਨਾ ਮਾਣ ਦੇ ਰਹੇ ਹੋ। ਇੱਕ ਮਾਣ ਹੋਰ ਵੀ ਦੇ ਦਿਓ। ਹਾਂਜੀ, ਉਹ ਮਾਣ ਇਹ ਹੈ ਕਿ ਮੈਂ ਐਕਚੁਅਲੀ ਇੱਕ ਪਿੱਛੇ ਜੇ ਮੀਟਿੰਗ ਵੀ ਹੋਈ ਸੀ, ਪੰਜਾਬੀ ਅਕੈਡਮੀ ਦੀ ਹੀ ਜ਼ੂਮ ਮੀਟਿੰਗ ਸੀਗੀ, ਜਿਹਦੇ ਵਿੱਚ ਅਰਵਿੰਦਰ ਬਬਲੀ ਵੀ ਸੀ, ਰਵੀ ਵੀ ਸੀ, ਮੈਂ ਵੀ ਸੀ, ਔਰ ਹੋਰ ਵੀ ਕੁਝ ਗੁਣੀਜਨ ਬੈਠੇ ਸਨ। ਤੇ ਉਹ ਇੱਕ ਗੱਲ ਚੱਲੀ ਸੀ ਕਿ ਬਈ ਮੈਂ ਸਰਦਾਰ ਗੁਰਭੇਜ ਸਿੰਘ ਜੀ ਨੂੰ ਕਿਹਾ ਸੀਗਾ, ਮੈਂ ਕਿਹਾ ਜੀ ਐਵੇਂ ਨਹੀਂ ਹੋ ਸਕਦਾ ਕਿ ਦਿੱਲੀ ਦੀ ਜਿਹੜੀ ਪੰਜਾਬੀ ਅਕੈਡਮੀ ਹੈਗੀ ਹੈ, ਉਹ ਪੰਜਾਬ ਤੋਂ ਟੀਮਾਂ ਨੂੰ ਬੁਲਾਉਂਦੀ ਹੈ, ਠੀਕ ਹੈ ਜੀ, ਉਹ ਟੀਮਾਂ ਨੂੰ ਬੁਲਾ ਕੇ ਮਤਲਬ ਉਹ ਦੇਖਦੇ ਨੇ ਕਿ ਇਹ ਨਾਟਕ ਉਹਨਾਂ ਦਾ ਵਧੀਆ ਹੈਗਾ, ਚਲੋ ਇਹਨਾਂ ਨੂੰ ਬੁਲਾ ਲਓ, ਚਲੋ ਕੇਵਲ ਜੀ ਨੇ ਵਧੀਆ ਕੀਤਾ ਉਹਨਾਂ ਨੂੰ ਬੁਲਾ ਲਓ, ਪਾਲੀ ਭੁਪਿੰਦਰ ਜੀ ਨੇ ਕੀਤਾ ਉਹਨਾਂ ਨੂੰ ਬੁਲਾ ਲਓ, ਜਾਂ ਅਨੀਤਾ ਸ਼ਬਦੀ ਜਾਂ ਕਿਸੇ ਨੇ ਵੀ। ਤੇ ਮੈਂ ਕਿਹਾ ਐਵੇਂ ਨਹੀਂ ਹੋ ਸਕਦਾ ਕਿ ਪੰਜਾਬ ਵਾਲੇ ਤੇ ਦਿੱਲੀ ਵਾਲਿਆਂ ਨੂੰ ਬੁਲਾਉਂਦੇ ਹੀ ਨਹੀਂ ਹੈਗੇ, ਬੁਲਾਉਂਦੇ ਨੇ ਤੇ ਇੱਕੋ ਹੀ ਬੰਦਾ ਜਾਂਦਾ, ਉਹ ਤੁਸੀਂ ਸਮਝ ਸਕਦੇ ਹੋ ਕੌਣ ਹੈ। ਤੇ ਮੈਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਬਈ ਜਿਹੜੇ ਪੰਜਾਬ ਵਾਲੇ ਅਗਰ ਬੁਲਾਉਂਦੇ ਹੈਗੇ ਨੇ ਦਿੱਲੀ ਦੇ ਟੀਮਾਂ, ਜ਼ਾਹਿਰ ਦੇ ਤੁਹਾਨੂੰ ਕਹਿੰਦੇ ਹੋਣਗੇ, ਤੇ ਤੁਸੀਂ ਵੀ ਇਸ ਤਰ੍ਹਾਂ ਦੀ ਗੱਲ ਕਰੋ ਨਾ ਕਿ ਸਾਡੇ ਕੋਲ ਇਹ ਨਾਟਕ ਤਿਆਰ ਹੈਗੇ ਨੇ, ਯਾਨੀ ਕਿ ਰਵੀ ਦਾ ਹੈਗਾ, ਗੁਰਦੀਪ ਦਾ ਹੈਗਾ, ਜਾਂ ਕਿਸੇ ਹੋਰ ਦਾ ਨਾਟਕ ਹੈਗਾ, ਇਹ ਨਾਟਕ ਚੰਗਾ, ਚਲੋ ਕੇਵਲ ਜੀ ਤੁਸੀਂ ਬੁਲਾ ਰਹੇ ਹੋ, ਅਸੀਂ ਇਹ ਵਾਲੀ ਟੀਮ ਭੇਜ ਦਿੰਦੇ ਹਾਂ। ਬਿਲਕੁਲ। ਤੇ ਚਲੋ ਇਹ ਤੇ ਸਰਕਾਰੀ ਲੈਵਲ ਤੇ ਸੀਗਾ, ਕਿਆ ਤੁਸੀਂ ਪਰਸਨਲ ਲੈਵਲ ਤੇ ਕਦੀ ਨਹੀਂ ਬੁਲਾਉਂਦੇ ਦਿੱਲੀ ਦੀਆਂ ਟੀਮਾਂ ਨੂੰ?
ਨਹੀਂ ਨਹੀਂ ਬਿਲਕੁਲ ਠੀਕ ਇਹ ਗੱਲ ਵੀ ਹੈ। ਮੰਨਦੇ ਹੋ ਸਾਡੇ ਨਾ? ਕੋਲ ਗੁਰਦੀਪ ਜਦੋਂ ਸਾਡੇ ਕੋਲ ਫੋਨ ਆਉਂਦਾ ਹੈ ਨਾ ਕਿਧਰੇ, ਚਾਹੇ ਭਾਵੇਂ ਉਹ ਰਵੇਲ ਉਰੀ ਕਰਦੇ ਰਹੇ ਜਾਂ ਬਾਅਦ ਵਿੱਚ ਕਿਸੇ ਨੇ ਕੀਤਾ ਕਿ ਅਸੀਂ ਕੋਈ, ਹਾਲਾਂਕਿ ਮੇਰੇ ਕੋਲ ਤਾਂ ਬਹੁਤ ਘੱਟ ਉਹਨਾਂ ਨੇ ਕਿਸੇ ਕੋਲ ਨੂੰ ਭੇਜਿਆ ਹੋਏਗਾ, ਪਰ ਜਿਹੜੇ ਦੂਜਿਆਂ ਕੋਲ ਮੇਲਿਆਂ 'ਚ ਵੀ ਭੇਜਦੇ ਰਹੇ ਤੇ ਉਹ ਕਹਿ ਦਿੰਦੇ ਆ ਕਿ ਅਸੀਂ ਆਹ ਟੀਮ ਤੁਹਾਡੇ ਕੋਲ ਭੇਜ ਰਹੇ ਹਾਂ, ਇਹਦਾ ਇਹ ਪਲੇ ਤੁਸੀਂ ਕਰਵਾ ਲਓ। ਉਹ ਪਹਿਲਾਂ ਹੀ ਡਿਸਾਈਡ ਕਰਕੇ ਭੇਜਦੇ ਆ, ਕਿਉਂਕਿ ਪੈਸੇ ਉਹਨਾਂ ਦੇਣੇ ਹੁੰਦੇ ਆ, ਇਸ ਲਈ ਅਸੀਂ ਜ਼ੋਰ ਨਹੀਂ ਦਿੰਦੇ ਵੀ ਤੁਸੀਂ ਕਿਸੇ ਹੋਰ ਦਾ ਭੇਜੋ ਜਾਂ ਆਹ ਕਰੋ। ਸੋ ਉਹ ਉਹੀ ਕਰਦੇ ਆ। ਮੈਨੂੰ ਲੱਗਦਾ ਕਿ ਜਿਹੜੇ ਕੋਈ ਅਸੀਂ ਮੇਲੇ ਕਰਦੇ ਆ ਜਾਂ ਕੋਈ ਜਿਹੜੇ ਅਸੀਂ ਮੇਲੇ ਕਰੀਏ ਹੈ ਨਾ ਇਸ ਤਰ੍ਹਾਂ ਦੇ ਕੋਈ, ਤੇ ਉਹਦੇ ਵਿੱਚ ਜ਼ਰੂਰ ਹੈ ਕਿ ਕੋਈ ਜਿਹੜੇ ਕੋਈ, ਨੋ ਡਾਊਟ ਕਿ ਇਸ ਵੇਲੇ ਦਿੱਲੀ ਵਿੱਚ ਥੀਏਟਰ ਦੀਆਂ ਟੀਮਾਂ, ਤੁਸੀਂ ਆਪ ਕਿਹਾ ਕਿ ਇਸ ਵੇਲੇ ਵੀ ਅਸੀਂ 2 ਲੋਕ ਹੀ ਆ, ਜਾਂ ਰਵੀ ਕਰਦਾ ਹੈ ਜਾਂ ਮੈਂ ਕਰਦਾ ਵਾਂ, ਹੈ ਨਾ। ਜੀ ਜੀ। ਤੇ ਇਹ 2 ਹੀ ਟੀਮਾਂ ਨੇ ਜਿਹੜੀਆਂ ਕੋਈ, ਔਰ ਤੁਸੀਂ ਵੀ ਵਿੱਚੋਂ ਕੋਈ 10 ਸਾਲ ਦਾ ਗੈਪ ਰਿਹਾ ਤੁਹਾਡਾ, ਤੁਸੀਂ ਹੁਣ 15 ਤੋਂ ਬਾਅਦ ਆ ਕੇ ਫਿਰ ਦੁਬਾਰਾ ਤੋਂ ਕੰਮ ਸ਼ੁਰੂ ਕੀਤਾ ਹੈ। ਬਿਲਕੁਲ। ਹਾਂ, ਤੇ ਮੇਰਾ ਖਿਆਲ ਹੈ ਕਿ ਜ਼ਰੂਰ ਜਦੋਂ ਇਹ ਅਗਲੇ ਹਾਲਾਤ ਕੁਝ ਠੀਕ ਹੁੰਦੇ ਆ ਤੇ ਕੁਝ ਜ਼ਰੂਰ ਇਸ ਤਰ੍ਹਾਂ ਦਾ ਫੈਸਟੀਵਲ ਪਲਾਨ ਕੀਤਾ ਜਾ ਸਕਦਾ, ਕਿ ਚਾਹੇ ਉਹ ਪਟਿਆਲੇ ਕਰੀਏ, ਚੰਡੀਗੜ੍ਹ ਕਰੀਏ, ਅੰਮ੍ਰਿਤਸਰ ਕਰੀਏ। ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੇ ਹੱਥ 'ਚ ਹੁੰਦੀਆਂ, ਜਿੱਥੇ ਅਸੀਂ ਕਹਿ ਸਕਦੇ ਹਾਂ ਵੀ ਹਾਂ ਹੋ ਜਾਏ ਵੀ, ਇਹ ਤੇ ਕੋਈ ਦਿੱਕਤ ਨਹੀਂ ਹੈ, ਕਰਾ ਲਓ, ਹੈ ਨਾ। ਵੀ ਕੋਈ ਥਾਵਾਂ ਸਾਡੇ ਕੋਲ ਹੈਗੀਆਂ ਨੇ ਕਿ ਇਹ ਜਿੱਥੇ ਸਾਡਾ ਰੋਬ ਹੈ, ਅਸੀਂ ਜਸਪਾਲ ਦਿਓਲ ਹੋਰਾਂ ਨੂੰ ਕਹਿ ਦਿੰਦੇ ਆ, ਮੈਂ ਤਾਂ ਬੜੇ ਦਾਅਵੇ ਨਾਲ ਕਹਿ ਦਿੰਦਾ ਦਿਓਲ ਹੋਰਾਂ ਨੂੰ, ਕਿਉਂਕਿ ਇਹ ਕੁੜੀ ਸਾਡੀ ਆਪਣੀ ਹੈ, ਤੇ ਮੈਂ ਕਹਿ ਦਿੰਦਾ ਜਸਪਾਲ ਅਸੀਂ ਆ ਮੇਲਾ ਕਰਨਾ, ਤੁਸੀਂ ਆਰਗੇਨਾਈਜ਼ ਕਰ ਦਿਓ, ਇਹ ਝੱਟ ਆਰਗੇਨਾਈਜ਼ ਕਰ ਦਿੰਦੇ ਆ। ਬਠਿੰਡੇ ਵਾਲਿਆਂ ਨੂੰ ਕਹਿ ਦਿੰਦੇ ਆ, ਅੰਮ੍ਰਿਤਸਰ ਮੇਰੇ ਕੋਲ ਆਪਣੇ ਕੋਲ ਹੈ, ਚੰਡੀਗੜ੍ਹ ਸਾਡੇ ਕੋਲ ਹੈ। ਸੋ ਅਸੀਂ ਇਦਾਂ ਕਰ ਲੈਂਦੇ ਆ। ਸੋ ਅਸੀਂ ਜ਼ਰੂਰ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਕੁਝ ਨਾ ਕੁਝ ਕਰਾਂਗੇ ਵੀ ਤੁਹਾਡੇ ਜਿਹੜੇ ਕੀਤੇ ਹੋਏ ਕੰਮ ਹੈ ਉਹਨਾਂ ਨੂੰ ਇੱਧਰ ਵੀ ਅਸੀਂ ਸ਼ੋਅ ਕਰ ਸਕੀਏ। ਜ਼ਰੂਰ ਜੇ ਗੁਰਦੀਪ, ਬਹੁਤ ਸ਼ੁਕਰੀਆ। ਕਿਸੇ ਹੋਰ ਨੇ ਕੁਝ ਪੁੱਛਣਾ ਤੇ ਮੈਂ ਕਿਹਾ ਪੁੱਛ ਸਕਦੇ ਹਾਂ ਜੀ, ਜੇ ਕਿਸੇ ਹੋਰ ਨੇ ਕੁਝ ਪੁੱਛਣਾ ਮੇਰੇ ਕੋਲੋਂ। ਪੰਡਿਤ ਜੀ ਤੁਸੀਂ ਕੁਝ ਕਹਿਣ ਲੱਗੇ ਸੀ? ਕਿਸੇ ਹੋਰ ਨੇ ਕੁਝ ਪੁੱਛਣਾ ਕੋਈ? ਮੈਂ ਕਹਿਣ ਲੱਗਾ ਕਿ ਗੁਰਦੀਪ ਦੀ ਇੰਨੀ ਮਿਹਨਤ ਹੈ, ਇੰਨੀ ਕਾਮਯਾਬੀ ਹੈ, ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਚੜ੍ਹਦੀਆਂ ਕਲਾ 'ਚ ਰੱਖੇ। ਬਿਲਕੁਲ ਪੰਡਿਤ ਜੀ, ਤੁਹਾਡਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੈ, ਤੁਸੀਂ ਵੱਡੇ ਹੋ। ਬਹੁਤ ਸ਼ੁਕਰੀਆ ਪੰਡਿਤ ਜੀ, ਤੁਸੀਂ ਸੋਹਣੀ ਗੱਲ ਕੀਤੀ। ਤੁਸੀਂ ਹਾਂਜੀ ਭਾਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ, ਮੈਂ ਪ੍ਰੋਗਰਾਮ ਸੁਣਿਆ, ਪਹਿਲੇ ਨਹੀਂ ਸੁਣੇ, ਮੈਨੂੰ ਚੰਗਾ ਨਹੀਂ ਕੀਤਾ ਕਿ ਮੈਂ ਨਹੀਂ ਸੁਣੇ, ਤਾਂ ਮਤਲਬ ਹੁਣ ਲੱਗ ਰਿਹਾ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਤੁਹਾਡਾ ਪ੍ਰੋਗਰਾਮ ਹੈ, ਇਹ ਅਗਰ ਤੁਹਾਡੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੀ ਸੀਗੇ ਤਾਂ ਬਹੁਤ ਮੀਨਿੰਗਫੁਲ ਸੀਗੇ। ਇਹ ਜਿਹੜੀਆਂ ਰਿਕਾਰਡਿੰਗਸ ਨੇ ਇਹ ਸਾਡੇ ਲਈ ਬਹੁਤ ਹਿਸਟਰੀ ਵਾਸਤੇ, ਰੰਗਮੰਚ ਦੀ ਹਿਸਟਰੀ ਵਾਸਤੇ ਬਹੁਤ ਖਾਸ ਹਾਂ। ਪ੍ਰੋਗਰਾਮ ਇਜ਼ ਰੀਅਲੀ ਵੈਰੀ ਵੈਰੀ ਮੈਨੂੰ ਮਜ਼ਾ ਆ ਗਿਆ। ਕੋਈ ਗੱਲ ਫालतू ਨਹੀਂ ਸੀ, ਚਾਹੇ ਉਹ ਸਡਨ ਹੋ ਰਹੇ ਨੇ ਪ੍ਰੋਗਰਾਮ, ਔਰ ਸਾਰੀਆਂ ਗੱਲਾਂ ਬਹੁਤ ਵੈਲਿਊਏਬਲ ਸਨ, ਆਮ ਗੱਲਾਂ ਨਹੀਂ ਸੀਗੀਆਂ। ਮੈਨੂੰ ਬਹੁਤ ਚੰਗਾ ਲੱਗਿਆ। ਆਈ ਐਮ ਰੀਅਲੀ ਵੈਰੀ ਹੈਪੀ। ਥੈਂਕ ਯੂ ਜਸਪਾਲ। ਬਸ ਇਹੀ ਮੇਰਾ ਮਕਸਦ ਸੀ ਕਿ ਇਦਾਂ ਦੀਆਂ ਗੱਲਾਂ ਨੂੰ, ਜਿੰਨਾ ਕੁਝ ਅਸੀਂ ਗੁਰਦੀਪ ਬਾਰੇ ਜਾਣਦੇ ਨਹੀਂ ਸੀ, ਮੇਰਾ ਬੜਾ ਪਿਆਰਾ ਦੋਸਤ ਹੈ ਗੁਰਦੀਪ, ਅਸੀਂ ਬਹੁਤ ਸਾਲਾਂ ਤੋਂ ਜਾਣਦੇ ਆ, 35 ਸਾਲਾਂ ਤੋਂ ਇੱਕ ਦੂਜੇ ਨੂੰ, ਪਰ ਇਹਦੇ ਬਾਰੇ ਮੈਨੂੰ ਇੰਨੀਆਂ 35 ਗੱਲਾਂ ਵੀ ਨਹੀਂ ਸੀ ਪਤਾ ਜਿੰਨੀਆਂ ਅੱਜ ਇਹਨੇ ਦੱਸੀਆਂ ਨੇ। ਤੇ ਇਹ ਬਹੁਤ, ਜਿਵੇਂ ਅਸੀਂ ਪਹਿਲੇ ਵੀ ਪਰਮਿੰਦਰਪਾਲ ਨੂੰ ਸੁਣ ਕੇ ਹਟੇ ਆ, ਉਹਦਾ ਜਿਹੜਾ ਸੰਘਰਸ਼ ਬਿਗਨਿੰਗ ਦਾ ਰਿਹਾ ਹੈ, ਕਿਵੇਂ ਦੀ ਉਹਦੀ ਲਾਈਫ ਰਹੀ ਹੈ, ਬਹੁਤ ਸੋਹਣੀਆਂ ਗੱਲਾਂ ਉਹਨੇ ਦੱਸੀਆਂ। ਔਰ ਜਿੰਨੀਆਂ ਵੀ ਸਾਡੀਆਂ ਤੁਸੀਂ ਰਿਕਾਰਡਿੰਗ YouTube ਤੇ ਸਾਰੀਆਂ ਹੀ ਹੈਗੀਆਂ, Facebook ਤੇ ਵੀ, ਤੇ ਤੁਸੀਂ ਉਹ 'ਚ ਸੁਣੋ ਸਾਰੀਆਂ, ਜਿੰਨੇ ਵੀ ਕਮਾਲ ਦੀਆਂ ਗੱਲਾਂ ਨੇ, ਕਮਾਲ ਦੀਆਂ ਗੱਲਾਂ, ਯਾਨੀ ਇਹ ਬਹੁਤ ਹਿਸਟਰੀ ਆ ਇਹਨਾਂ ਗੱਲਾਂ ਦੇ ਵਿੱਚ। ਸੋ ਇਹਨਾਂ ਸਾਰਿਆਂ ਨੂੰ ਬਹੁਤ ਸਲੂਟ ਜਿਨ੍ਹਾਂ ਨੇ ਇੰਨਾ ਵੱਡਾ ਕੰਮ ਕੀਤਾ ਹੈ, ਔਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਂਭਾਂਗੇ। ਬਹੁਤ ਸ਼ੁਕਰੀਆ ਗੁਰਦੀਪ, ਤੁਹਾਡਾ ਦੋਸਤਾਂ ਦਾ ਵੀ ਬੜਾ ਸ਼ੁਕਰੀਆ। ਕੱਲ ਅਸੀਂ ਫੇਰ ਮਿਲਾਂਗੇ, ਕੱਲ 5 ਵਜੇ ਸਾਡੀ ਗੱਲਬਾਤ ਹੋਏਗੀ। ਮੰਚ ਰੰਗਮੰਚ ਦੇ ਇਹ 30ਵਾਂ ਸਾਲ ਹੈ, ਔਰ ਮੰਚ ਰੰਗਮੰਚ ਦੇ 30ਵੇਂ ਸਾਲ ਦੇ ਉੱਤੇ ਮੰਚ ਰੰਗਮੰਚ ਨਾਲ ਜੁੜੇ ਹੋਏ ਸਾਡੇ ਪੁਰਾਣੇ ਸਾਰੇ ਕਲਾਕਾਰ 30 ਸਾਲਾਂ ਦੇ, from the very beginning 91 ਤੋਂ ਲੈ ਕੇ ਜਿਹੜੇ ਹੁਣ ਤੱਕ ਕੋਈ 4-5 ਹਜ਼ਾਰ ਕਲਾਕਾਰ ਹੈ, ਉਹ ਅਸੀਂ ਪਹਿਲਾਂ ਵੀ 2 ਐਪੀਸੋਡ ਕਰ ਚੁੱਕੇ ਹਾਂ, ਤੇ ਕੱਲ ਤੀਸਰਾ ਐਪੀਸੋਡ ਹੈ। ਸਿਰਫ ਉਹਦੇ ਵਿੱਚ ਉਹ ਕਲਾਕਾਰ ਆਪਣੇ ਯਾਦਾਂ ਸਾਂਝੀਆਂ ਕਰਦੇ ਆ, ਕੁਝ ਫੋਰਨ 'ਚ ਬੈਠੇ ਆ, ਕੁਝ ਦੂਜੀਆਂ ਸਟੇਟਾਂ 'ਚ ਬੈਠੇ ਹੋਏ, ਪੰਜਾਬ 'ਚ, ਦਿੱਲੀ 'ਚ, ਉਹ ਸਾਰੇ ਸ਼ਾਮਲ ਹੁੰਦੇ ਗੱਲਾਂ ਕਰਦੇ ਆ।
ਤੇ ਬਾਕੀ ਦੂਸਰੇ ਲੋਕਾਂ ਨੂੰ ਵੀ ਅਲਾਓ ਹੈ, ਉਹ ਵੀ ਜ਼ਰੂਰ ਸੁਣਦੇ ਆ ਮੰਚ ਰੰਗਮੰਚ ਦਾ ਇਤਿਹਾਸ ਉਹਨਾਂ ਦੇ ਮੂੰਹੋਂ। ਉਹ ਕੁੜੀਆਂ ਜਿਹੜੀਆਂ ਸਾਡੀਆਂ ਮੋਢੀ ਮੈਂਬਰ ਸੀ 91 ਵਾਲੀਆਂ, ਮੁੰਡੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਔਰ ਕਿਵੇਂ ਕਿਵੇਂ ਕਿਹੜੇ ਕਿਹੜੇ ਪਲ ਚ ਆਏ, ਉਹ ਸਾਰੇ ਸਾਡੇ ਨਾਲ ਹੁੰਦੇ ਆ। ਸੋ ਕੱਲ ਦਾ ਦਿਨ, ਕੱਲ ਸ਼ਾਮੀ 5 ਵਜੇ ਤੋਂ 7 ਵਜੇ ਤੱਕ ਅਸੀਂ ਉਹਨਾਂ ਨਾਲ ਗੱਲਾਂ ਕਰਨੀਆਂ। ਮੰਚ ਰੰਗਮੰਚ ਦੇ 30 ਸਾਲਾਂ ਦਾ ਤੀਸਰਾ ਐਪੀਸੋਡ ਕੱਲ ਹੋਏਗਾ। ਬਹੁਤ ਸ਼ੁਕਰੀਆ। ਸੋ ਤੁਸੀਂ ਉਸ ਨੂੰ ਤੁਹਾਡਾ ਸਭ ਦਾ ਵੀ ਜ਼ਰੂਰ ਹੋ। ਤੁਹਾਡਾ ਸਭ ਦਾ ਵੀ ਬਹੁਤ ਬਹੁਤ ਸ਼ੁਕਰੀਆ। ਮਿੰਨੀ, ਪੀਕੇ ਜੀ ਔਰ ਪੰਡਿਤ ਜੀ, ਆਪ ਨੂੰ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਜਸ ਦਿਓਲ ਜੀ।